सब मन मऊ। धर्म चलावन संत बारन, दुष्ट सबन को मूल उपारन। मैं हूँ परम पुरख को दासा, देखन आयो जगत तमाशा। गगन तमामा बाजो, पर्यो निशान काओ। खेत जो मंडे सूरमा, अब जूझन को दाओ। जाओ तो प्रेम खेलन का चाओ, सिर तर तली गली मेरी आओ। इत मार्ग भैर तरीजै, सिर दीजै कान ना कीजै। धन 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 जन आया, जिस प्रसाद सब जगत तराया। जन आवन काय है सुआओ, जन कै संग चित आवे नाओ। आप मुक्त मुक्त करै संसार, नानक तिस जन को सदा नमस्कार। आप मुक्त मुक्त करै संसार, नानक तिस जन को सदा नमस्कार। वाहिगुरु जी का खालसा, वाहिगुरु जी की फतेह। जागदी जोत 10 पातशाहियों दे आत्मक स्वरूप धन साहिब श्री गुरु ग्रंथ साहिब जी महाराज हजूर दी पवित्र गोद अंदर आप जी सतसंगत विच बैठ करके जीवन के सवासां नूं सफलियां बना रहे हो। पवित्र आत्मा श्रीमान संत बाबा ठाकुर सिंह जी महाराज तिन्हां दी सालाना मिठी याद मनाउंदे होइआं ये समागम रचे गए हैं। कल के दिन तो श्री अखंड पाठ साहिबां की आरंभता हुई, दीवान सजे अज दूसरे दिन के दीवान हैं। महापुरखों ने अपने जीवन काल अंदर किन्ने क परोपकार कीते है, गिने नहीं जा सकते। जिन्हां करामातां शक्तियां तो सत संगत जी अज सिख मुनकर होंदे जा रहे हैं। उन्हां दे जीवन विच रोज़ ही इहो जिहियां घटनावां वापरदियां सीगियां, जिहड़ी कोई गल मनुखी दिमाग तो परे होवे, शरीरक शक्ति तो परे होवे, उस नूं मनुख करामात कहंदा। जिहदे अंदर सतगुरु जी के शब्द की कला वरतदी है, उहदे शरीर तो सुते ही ये शक्तियां वरतदियां रहिंदियां। सुते बचन करन तो सत हो जाता है। साडा इतिहास इन्हां कारनामियां नाल भरिया होया है। भाई दयाल सिंह साहिब शहीदी मिसल के मुखी होए है। उन्हां दे सिर विच 7 गोलियां वज जाण तो भी युद्ध लड़ते रहे। ये शक्ति गुरसिखां विच नाम की कमाई करके आउंदी है। श्रीमान संत बाबा ठाकुर सिंह जी महाराज जिन्हां शरीरां ने उन्हां दे दर्शन कीते, भली भांत जानते हैं कि नाम नाल उन्हां दी किहो जी प्रीत सी। सच्चे पातशाह जी महाराज दे नाम विच उन्हां दा मन मछ बनिया होया उस रस नूं प्राप्त करदा।
ਕਦੇ ਕੋਈ ਸੰਸਾਰੀ ਤੌਰ 'ਤੇ ਵਿਘਨ ਪੈਂਦਾ ਤੇ ਸਾਰੇ ਕਾਰਜਾਂ ਨੂੰ ਉਹ ਛੱਡ ਕਰਕੇ ਕੇਵਲ ਭਜਨ ਵਿੱਚ ਆਪਣਾ ਚਿੱਤ ਜੋੜਦੇ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਕਹੇ ਹੋਏ ਵਾਕ ਕਿ ਸਿੰਘੋ, ਘਿਓ ਦੇ ਘੜੇ ਕਿਉਂ ਨਾ ਮੂਧੇ ਹੋ ਜਾਣ, ਪਰ ਤੁਹਾਡੇ ਨਿਤਨੇਮ ਵਿੱਚ ਨਹੀਂ ਫਰਕ ਪੈਣਾ ਚਾਹੀਦਾ। ਜਦੋਂ ਜ਼ਿੰਦਗੀ ਦੇ ਅੰਦਰ ਕੋਈ ਵਿਸ਼ੇਸ਼ ਕਾਰਜ ਹੁੰਦੇ ਹੈ, ਕੋਈ ਘਰ ਵਿੱਚ ਸਮਾਗਮ ਹੁੰਦੇ ਹੈ, ਉਹਨਾਂ ਕੰਮਾਂ ਕਾਰਾਂ ਦਾ ਸਾਰਾ ਭਾਰ ਸਾਡੇ ਨਿਤਨੇਮ ਤੇ ਆ ਕੇ ਪੈ ਜਾਂਦਾ ਹੈ, ਜਿਸ ਕਰਕੇ ਨਿਯਮ ਟੁੱਟਦਾ ਹੈ। ਟੁੱਟੇ ਹੋਏ ਨਿਯਮ ਨਾਲ ਸ਼ਕਤੀ ਦਾ ਅਨੁਭਵ ਨਹੀਂ ਹੁੰਦਾ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਨੇਮ ਹੀ ਇਹ ਬਣਾ ਲਿਆ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹ ਜਨਮ ਦਾ ਪਦਾਰਥ ਭੇਟ ਕਰ ਦੇਣਾ, ਮਾਧੋ ਇਹੋ ਜਨਮ ਤੁਮਾਰੇ ਲੇਖੇ। ਐਸਾ ਜੀਵਨ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਦਾ, ਜਿਨ੍ਹਾਂ ਦੀ ਪਵਿੱਤਰ ਯਾਦ ਵਿੱਚ ਆਪ ਜੁੜ ਬੈਠੇ ਹੋ। ਗਰਮੀਆਂ ਦੇ ਵਿੱਚ ਗੁਰਦੁਆਰਾ ਨਾਭਾ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਯਾਦਗਾਰ, ਵੱਡੇ ਮਹਾਂਪੁਰਖ ਉੱਥੇ 2-2, 3-3 ਮਹੀਨੇ ਰਹਿ ਕੇ ਕਥਾ ਕਰਦੇ ਹੁੰਦੇ ਸੀਗੇ। ਜਿਸ ਸਮੇਂ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਰਾਜ ਨੇ ਇਹ ਦੌਰੇ ਆਰੰਭ ਕੀਤੇ ਹੈ, ਉਦੋਂ ਉਹ ਗਰਮੀਆਂ ਦੇ ਦਿਨਾਂ ਵਿੱਚ ਨਾਭਾ ਸਾਹਿਬ ਤਕਰੀਬਨ 1 ਮਹੀਨਾ ਜਥਾ ਫਿਰ ਠਹਿਰਦਾ ਸੀ ਤੇ ਪ੍ਰਕਰਣ ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹੀਦੀ ਦੇ ਪ੍ਰਸੰਗ ਚੱਲ ਰਹੇ ਸੀ। ਸ਼ਾਮ ਦੇ ਵਕਤ ਜਿਸ ਦਿਨ ਸ਼ਹੀਦੀ ਦਿਹਾੜਾ ਸੀ, ਹਜੂਰ ਦੀ ਸ਼ਹਾਦਤ ਦੀ ਕਥਾ ਹੋਈ। ਦਾਸ ਨੇ ਉਸ ਸਮੇਂ ਕਥਾ ਦੀ ਸੇਵਾ ਕੀਤੀ ਤੇ ਅਗਲੇ ਦਿਨ ਉਹ ਲੜੀ ਹੀ ਚੱਲਣੀ ਸੀ। ਮਹਾਂਪੁਰਖ ਕਥਾ ਤੋਂ ਉਪਰੰਤ ਕਹਿੰਦੇ ਕਿ ਕੱਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਸੁਣਾਓ। ਤੇ ਸਿੰਘਾਂ ਨੇ ਵੀ ਕਿਹਾ, ਮਹਾਰਾਜ ਇਹ ਲੜੀਵਾਰ ਕਥਾ ਤਾਂ ਸਤਿਗੁਰੂ ਜੀ ਦੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਜੀਵਨ ਵਿੱਚ ਚੱਲ ਰਹੀ ਹੈ। ਮਹਾਂਪੁਰਖ ਕਹਿੰਦੇ, ਭਾਈ ਇਹ ਕਥਾ ਇੱਕ ਦਿਨ ਰੋਕ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਸੁਣਾਓ। ਅਗਲੇ ਦਿਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਦੀ ਕਥਾ ਹੋਈ। ਜਦੋਂ ਸਤਿਗੁਰੂ ਜੀ ਦੇ ਕੋਲੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਦੇ ਵਕਤ ਤੇ ਪ੍ਰਸੰਗ ਆਉਂਦਾ ਹੈ ਕਿ ਜਿੰਨੀਆਂ ਵੀ ਗੁਪਤ ਸ਼ਕਤੀਆਂ ਸੀ, ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਕਹਿੰਦੀਆਂ ਸੀ, ਮਹਾਰਾਜ ਆਪ ਆਪਣੇ ਭਾਣੇ ਵਿੱਚ ਪ੍ਰਸੰਨ ਰਹੋ, ਪਰ ਮਹਾਰਾਜ ਸਾਨੂੰ ਇੱਕ ਵਾਰੀ ਆਗਿਆ ਦੇ ਦਿਓ, ਇਸ ਮੁਗਲ ਸਲਤਨਤ ਨੂੰ ਨਸ਼ਟ ਕਰ ਦਿਆਂਗੇ। ਸਤਿਗੁਰੂ ਜੀ ਨੇ ਕਿਹਾ ਕਿ ਭਾਈ ਸਾਡੀ ਖੇਲ ਵਿੱਚ ਦਖਲ ਨਾ ਦਿਓ। ਹਜੂਰ ਦੇ ਵਾਕ ਸਨ, ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬਹਿਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਅਜਰ ਸ਼ਕਤੀ ਨੂੰ ਆਪਣੇ ਅੰਦਰ ਜਰਦਿਆਂ ਹੋਇਆਂ, ਸਤਿਗੁਰੂ ਜੀ ਇੱਕ ਵਾਕ ਕਹਿਣ ਤੇ ਕੁਝ ਦਾ ਕੁਝ ਹੋ ਸਕਦਾ ਹੈ। 84 ਸਿੱਧ ਪ੍ਰਗਟ ਹੋਏ। ਸਭ ਗੁਪਤ ਸ਼ਕਤੀਆਂ ਨੇ ਆਗਿਆ ਮੰਗੀ, ਪਰ ਹਜੂਰ ਨੇ ਆਗਿਆ ਨਹੀਂ ਦਿੱਤੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਦਾ ਪ੍ਰਸੰਗ ਆਉਂਦਾ ਹੈ, ਉੱਥੇ ਇਹ ਜ਼ਿਕਰ ਨਹੀਂ ਗ੍ਰੰਥ ਵਿੱਚ ਆਉਂਦਾ ਕਿ ਕਿਸੇ ਸ਼ਕਤੀ ਨੇ ਆਗਿਆ ਮੰਗੀ ਹੋਵੇ, ਪਰ ਦੀਵਾਨ ਸਾਹਿਬ ਦਾ ਜ਼ਰੂਰ ਜ਼ਿਕਰ ਆਉਂਦਾ ਹੈ ਕਿ ਹਜੂਰ ਦੀਆਂ ਝੂਠੀਆਂ ਛਿੱਲੜਾਂ ਜਿਹੜੀਆਂ ਸੀ ਨਾ, ਸ਼ੀਤ ਪ੍ਰਸਾਦ, ਉਹ ਛਕ ਕੇ ਦੀਵਾਨ ਸਾਹਿਬ ਨੂੰ ਅਨੁਭਵ ਹੋਇਆ। ਕਹਿਣ ਲੱਗੇ, ਮਹਾਰਾਜ ਤੁਸੀਂ ਆਪਣੀ ਮੌਜ ਵਿੱਚ ਖੁਸ਼ ਰਹੋ, ਮੈਨੂੰ ਆਗਿਆ ਦਿਓ, ਮੈਂ ਤਾੜੀ ਮਾਰ ਕੇ ਲਾਹੌਰ ਤੇ ਦਿੱਲੀ ਨਸ਼ਟ ਕਰ ਦਿਆਂਗਾ। ਸਤਿਗੁਰੂ ਜੀ ਨੇ ਪੁੱਛਿਆ, ਮਤੀਦਾਸ ਇਹ ਸ਼ਕਤੀ ਤੈਨੂੰ ਕਿੱਥੋਂ ਪ੍ਰਾਪਤ ਹੋਈ ਹੈ? ਮਹਾਰਾਜ ਆਪਦੀ ਸੇਵਾ ਕਰਕੇ। ਸਤਿਗੁਰੂ ਜੀ ਕਹਿੰਦੇ, ਫਿਰ ਕੀ ਸਾਡੇ ਕੋਲ ਸ਼ਕਤੀ ਨਹੀਂ? ਮਹਾਰਾਜ ਆਪ ਤਾਂ ਸਮੁੰਦਰ ਹੋ ਸੱਚੇ ਪਾਤਸ਼ਾਹ, ਮੇਰੇ ਕੋਲ ਤਾਂ ਚੰਦ ਬੂੰਦਾਂ ਨੇ। ਹਜੂਰ ਕਹਿੰਦੇ, ਫਿਰ ਇਹ ਵੀ ਖੁਆ ਬੈਠੇਗਾ, ਸਾਡੇ ਭਾਣੇ 'ਚ ਪ੍ਰਸੰਨ ਰਹੋ। ਮਤੀਦਾਸ ਇਹ ਸਰੀਰ ਨਾਸ਼ਵੰਤ ਹੈ,
ਧਰਮ ਲਈ ਕੁਰਬਾਨ ਹੋਣ ਵਾਸਤੇ ਸਾਨੂੰ ਇਹ ਵਾਹਿਗੁਰੂ ਨੇ ਸਮਾਂ ਬਖਸ਼ਿਆ ਤੇ ਖਿੜੇ ਮੱਥੇ ਆਪਣੇ ਸਰੀਰ ਦੀ ਕੁਰਬਾਨੀ ਦਿਓ। ਇਹ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ। ਜਦੋਂ ਇਹ ਕਥਾ ਹੋਈ ਤਕਰੀਬਨ 15-20 ਸਿੰਘ ਹੋਣਗੇ। ਮਹਾਂਪੁਰਖ ਪੁੱਛਣ ਲੱਗ ਪਏ ਸਿੰਘਾਂ ਨੂੰ ਕਿ ਸਿੰਘੋ, ਜਿੱਦਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਕੋਲੋਂ ਗੁਪਤ ਸ਼ਕਤੀਆਂ ਆਗਿਆ ਮੰਗਦੀਆਂ ਸੀ, ਕਿ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਵੀ ਆਗਿਆ ਮੰਗੀ ਸੀ ਗੁਪਤ ਸ਼ਕਤੀਆਂ ਨੇ ਆ ਕੇ? ਸਾਰੇ ਚੁੱਪ, ਕੋਈ ਜਵਾਬ ਨਾ ਦੇਵੇ। ਫਿਰ ਮਹਾਂਪੁਰਖਾਂ ਨੇ ਦੂਸਰੀ ਵਾਰ ਪੁੱਛਿਆ ਤੇ ਕੁਝ ਸਿਆਣੇ ਸਿੰਘ ਕਹਿੰਦੇ, ਮਹਾਰਾਜ ਇਹਦੇ ਬਾਰੇ ਦੀਵਾਨ ਮਤੀ ਦਾਸ ਜੀ ਦਾ ਜ਼ਿਕਰ ਆਉਂਦਾ ਹੈ, ਹੋਰ ਕੋਈ ਜ਼ਿਕਰ ਨਹੀਂ ਇਤਿਹਾਸ ਵਿੱਚ ਆਉਂਦਾ। ਤੇ ਮਹਾਂਪੁਰਖਾਂ ਨੇ ਆਪਣੇ ਅਨੁਭਵ ਦੇ ਬਚਨ ਕਹੇ ਸੀ ਕਿ ਸਿੰਘੋ, ਬਹੁਤ ਸ਼ਕਤੀਆਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਆਗਿਆ ਮੰਗਦੀਆਂ ਸੀ, ਪਰ ਸੱਚੇ ਪਾਤਸ਼ਾਹ ਆਪਣੇ ਭਾਣੇ 'ਚ ਪ੍ਰਸੰਨ ਰਹੇ ਸੀ। ਸਾਧ ਸੰਗਤ ਜੀ, ਹਜ਼ਾਰ ਸ਼ਕਤੀ ਨੂੰ ਆਪਣੇ ਅੰਦਰ ਬਰਦਾਸ਼ਤ ਕਰਕੇ ਸ਼ਹਾਦਤ ਦਾ ਰਾਹ ਜਿਹੜਾ ਚੁਣਨਾ ਹੈ ਨਾ, ਇਹੀ ਸਭ ਤੋਂ ਵੱਡੀ ਕਰਾਮਾਤ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸਤਿਗੁਰਾਂ ਜੀ ਨੇ ਇਹੀ ਸਿੱਖਿਆ ਦਿੱਤੀ ਸੀ ਕਿ ਇਹਨਾਂ ਸ਼ਕਤੀਆਂ ਕਰਕੇ ਨਾਟਕ ਚੇਟਕ ਤਾਂ ਕੀਤਾ ਜਾ ਸਕਦਾ ਹੈ, ਪਰ ਜਿਹੜੀ ਸ਼ਹਾਦਤ ਹੈ ਨਾ, ਆਪਣਾ ਮਰਨਾ ਧਰਮ ਵਾਸਤੇ, ਮਹਾਰਾਜ ਕਹਿੰਦੇ ਸਭ ਤੋਂ ਵੱਡੀ ਸ਼ਕਤੀ ਹੈ। ਇੰਨੀਆਂ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਸ ਸ਼ਹਾਦਤ ਨੂੰ ਹੀ ਤਰਜੀਹ ਦਿੱਤੀ। ਸਾਧ ਸੰਗਤ ਜੀ, ਚਮਕੌਰ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਦੇ ਸਮਕਸ਼ ਭੇਟ ਕਰਾਂ। ਦੋ ਬਚਨ ਮੈਂ ਕੱਲ ਵੀ ਵਿਸਰ ਗਿਆ ਸਾਂ। ਜਦੋਂ ਮੈਂ ਅੰਮ੍ਰਿਤਸਰ ਸਾਹਿਬ ਤੋਂ ਤੁਰਨਾ ਸੀਗਾ ਤੇ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ, ਦਲ ਬਾਬਾ ਬਿਧੀ ਚੰਦ, ਉਹਨਾਂ ਨਾਲ ਟੈਲੀਫੋਨ ਤੇ ਗੱਲਬਾਤ ਹੋਈ। ਦੱਸਿਆ ਸੀ ਮੈਂ ਕਿ ਇੰਗਲੈਂਡ ਜਾ ਰਿਹਾ ਜੀ, ਮਹਾਂਪੁਰਖਾਂ ਦੀ ਬਰਸੀ ਹੈ। ਉਹਨਾਂ ਨੇ ਬੇਨਤੀ ਕੀਤੀ ਸਾਰੀ ਸੰਗਤ ਨੂੰ ਕਿ ਗਿਆਨੀ ਜੀ, ਸਾਡੀ ਸੰਗਤ ਵਿੱਚ ਜ਼ਰੂਰ ਫਤਿਹ ਬੁਲਾਉਣੀ। ਮਹਾਂਪੁਰਖਾਂ ਵੱਲੋਂ ਫਤਿਹ ਅਰਜ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਪ੍ਰੀਤਮ ਸਿੰਘ ਜੀ, ਸਰੀਰ ਦੀ ਢਲਿਆਈ ਸੀ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਗਿਆ ਸਾਂ। ਉਹਨਾਂ ਨੇ ਵੀ ਕਿਹਾ ਕਿ ਸੰਗਤ ਵਿੱਚ ਜ਼ਰੂਰ ਸਾਡੀ ਹਾਜ਼ਰੀ ਲਵਾਉਣੀ, ਉਹਨਾਂ ਵੱਲੋਂ ਵੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਜਦੋਂ ਚਮਕੌਰ ਸਾਹਿਬ ਦਾ ਇਤਿਹਾਸ ਕਹਿਣਾ ਹੋਵੇ ਤੇ ਸੁਰਤ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਲਿਜਾਣਾ ਪਵੇਗਾ, ਕਿਉਂਕਿ ਕੁਝ ਪ੍ਰਸੰਗ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕੇਵਲ ਮੁਖ ਤੋਂ ਬੋਲ ਕੇ ਨਹੀਂ ਸੁਣਾ ਸਕਦੇ। ਉਹ ਇਤਿਹਾਸ ਦਿਲ ਨੂੰ ਛੂਹਣ ਵਾਲੇ ਹੁੰਦੇ ਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜਿਹਾ ਹਜ਼ੂਰ ਨੇ ਇਤਿਹਾਸ ਸਿਰਜਿਆ ਜਿਹੜਾ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਕਿਸੇ ਵੀ ਕੌਮ ਕੋਲ ਨਹੀਂ ਹੈ। ਜਿਸ ਦਿਨ ਇਹ ਚਮਕੌਰ ਸਾਹਿਬ ਦਾ ਯੁੱਧ ਹੋਇਆ, 8 ਪੋਹ ਦਾ ਦਿਨ, ਸਾਲ ਵਿੱਚ ਸਭ ਤੋਂ ਛੋਟਾ ਦਿਨ ਹੁੰਦਾ ਹੈ। ਸੂਰਜ ਸਾਧ ਸੰਗਤ ਜੀ ਲੇਟ ਚੜ੍ਹਦਾ, ਜਲਦੀ ਛਿਪ ਜਾਂਦਾ। ਇੰਨੇ ਛੋਟੇ ਜਿਹੇ ਦਿਨ ਵਿੱਚ ਗੁਰੂਦੇਵ ਨੇ ਸਭ ਤੋਂ ਵੱਡਾ ਇਤਿਹਾਸ ਸਿਰਜਿਆ। ਅਸੀਂ ਸੁਣਿਆ ਸੀ ਕਿ ਸਤਿਗੁਰੂ ਜੀ ਸਰਸਾ ਨਦੀ ਦੇ ਕੰਢੇ ਤੇ ਕੀਰਤਨ ਦਾ ਭੋਗ ਪਾਇਆ। ਇੱਥੇ ਹਜੂਰ ਦਾ ਪਰਿਵਾਰ ਵਿਛੜਿਆ। ਮੈਂ ਸਾਰਾ ਕੁਝ ਵਿਸਥਾਰ ਨਾਲ ਨਹੀਂ ਕਹਿ ਸਕਾਂਗਾ, ਸਮਾਂ ਸੀਮਤ ਹੈ। ਚਮਕੌਰ ਸਾਹਿਬ ਦੇ ਯੁੱਧ ਦੀ ਬਾਤ ਜ਼ਰੂਰ ਆਪ ਜੀ ਦੇ ਸਮਕਸ਼ ਭੇਟ ਕਰਨ ਦਾ ਯਤਨ ਕਰਾਂਗਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਭਾਈ ਮਨੀ ਸਿੰਘ ਸਾਹਿਬ ਜੀ ਦੀ ਜ਼ਿੰਮੇਵਾਰੀ ਲਾਈ ਸੀ। 100 ਸਿੰਘ ਦਿੱਤੇ ਸੀ ਕਿ ਮਾਤਾਵਾਂ ਨੂੰ ਲੈ ਕੇ ਦਿੱਲੀ ਨੂੰ ਕੂਚ ਕਰ ਜਾਇਓ। ਮਾਤਾਵਾਂ ਦੀਆਂ ਦਾਸੀਆਂ, ਜਿਨ੍ਹਾਂ ਵਿੱਚੋਂ ਇੱਕ ਦਾਸੀ ਮਲੇਰਕੋਟਲੇ ਦੇ ਨਵਾਬ ਨੇ ਪਕੜ ਲਈ ਸੀ ਜਿਉਂਦੀ, ਤੇ ਉਸ ਦਾ ਅੰਤਮ ਸੰਸਕਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕੀਤਾ ਸੀ ਜਾ ਕੇ, ਕਿਉਂਕਿ ਉਸ ਨੂੰ ਕਿਲੇ ਵਿੱਚ ਦਫਨਾ ਦਿੱਤਾ ਗਿਆ ਸੀ। ਇਹੋ ਜਿਹੇ ਭਿਆਨਕ ਸਮੇਂ ਵਿੱਚ ਕੇਵਲ 3 ਜਾਂ 4 ਸਿੰਘ ਰਹਿ ਗਏ ਸੀ ਜੋ ਇਤਿਹਾਸ ਨੇ ਜ਼ਿਕਰ ਕੀਤਾ ਹੈ।
ਰੋਪੜ ਦੇ ਅੰਦਰ ਬਹੁਤ ਸਾਰਾ ਗੁਰੂਦੇਵ ਦਾ ਇਤਿਹਾਸ ਛੁਪਿਆ ਹੋਇਆ ਹੈ। ਕਈ ਇਹੋ ਜਿਹੇ ਅਸਥਾਨ ਨੇ ਜਿਹੜੇ ਸਾਧ ਸੰਗਤ ਜੀ ਅੱਜ ਵੀ ਗੁੰਮਨਾਮ ਹਨ। ਇੱਕ ਘਰ ਹੈ ਜਿਹੜਾ ਅੱਗੇ ਤੀਜੇ ਚੌਥੇ ਥਾਂ ਤੇ ਹੁਣ ਵਿਕ ਚੁੱਕਾ ਹੈ। ਉਸ ਘਰ ਦਾ ਇਤਿਹਾਸ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਥੇ ਇਸ਼ਨਾਨ ਕੀਤਾ ਸੀ, ਤੇ ਉਸ ਘਰ ਦੀ ਜਿੱਥੇ ਸਾਧ ਸੰਗਤ ਜੀ ਨਾਲੀ ਹੈ, ਜਿੱਥੇ ਇਸ਼ਨਾਨ ਕਰਨ ਵਾਲਾ ਥਾਂ ਹੁੰਦਾ, ਉਹਦਾ ਪਾਣੀ ਨਿਕਲ ਕੇ ਬਾਹਰ ਆਉਂਦਾ। ਜਿੱਥੇ ਭਾਵੇਂ ਇਲਾਕੇ 'ਚ ਜਾ ਕੇ ਪੁੱਛ ਲਿਓ, ਜਿਸ ਥਾਂ ਤੇ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ, ਉਸ ਨਾਲੀ ਦਾ ਪਾਣੀ ਕੱਢ ਕੇ ਚਮੜੀ ਦੇ ਰੋਗ ਵਾਲੇ ਆਪਣੇ ਸਰੀਰ ਤੇ ਲਾਉਂਦੇ ਆ ਤੇ ਉਹਨਾਂ ਦੇ ਚਮੜੀ ਦਾ ਰੋਗ ਹਟਦਾ। ਭਾਵੇਂ ਉੱਥੇ ਸਥਾਨ ਨਹੀਂ ਬਣਿਆ ਹੋਇਆ, ਮਾਤਾ ਸਾਹਿਬ ਜਿਸ ਘਰ ਵਿੱਚ ਠਹਿਰੇ ਸੀ ਉਹੋ ਹੀ ਘਰ ਹੈ। ਰਾਤ ਦੇ ਵਕਤ ਭੇਸ ਬਦਲ ਕਰਕੇ ਭਾਈ ਮਨੀ ਸਿੰਘ ਸਾਹਿਬ ਨੇ ਪਠਾਣਾਂ ਦਾ ਭੇਸ ਬਣਾਇਆ ਸੀ, ਨਾਲ ਦੇ ਸਿੰਘਾਂ ਨੇ ਪਠਾਣਾਂ ਦੇ ਭੇਸ ਬਣਾਏ ਸੀ, ਮਾਤਾਵਾਂ ਨੇ ਬੁਰਕੇ ਪਾਏ ਸੀ, ਤੇ ਇੱਕ ਬੈਲ ਗੱਡੀ ਤੇ ਦਿੱਲੀ ਵੱਲ ਨੂੰ ਰਵਾਨਾ ਹੋਏ। ਹਜੂਰ ਦੇ ਛੋਟੇ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਜਿੱਥੇ ਰਾਤ ਕੱਟੀ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਰਸਾ ਨੂੰ ਪਾਰ ਕੀਤਾ, 9 ਮਣ ਦਾ ਵਿਦਿਆ ਧਾਰ ਗ੍ਰੰਥ ਸਰਸਾ ਦੀ ਭੇਟ ਹੋ ਗਿਆ। ਸੱਚੇ ਪਾਤਸ਼ਾਹ ਦੀਆਂ ਵਡਮੁੱਲੀਆਂ ਰਚਨਾ ਸਰਸਾ ਦੀ ਭੇਟ ਹੋ ਗਈਆਂ। ਬਹੁਤ ਸਾਰੇ ਸਿੰਘ ਸਰਸਾ ਦੀ ਭੇਟ ਚੜ੍ਹ ਗਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਹਮਣੇ ਜਿਹੜੀਆਂ ਔਕੜਾਂ ਆਈਆਂ, ਹਜੂਰ ਨੇ ਉਹਨਾਂ ਔਕੜਾਂ ਦਾ ਖਿੜੇ ਮੱਥੇ ਸਾਹਮਣਾ ਕੀਤਾ। ਜਦੋਂ ਸਰਸਾ ਨੂੰ ਪਾਰ ਕੀਤਾ ਹੈ, ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਸਤਿਗੁਰੂ ਜੀ ਦੇ ਕੋਲ ਨੇ, ਜਿਨ੍ਹਾਂ ਦੀ ਗਿਣਤੀ ਗੁਰਦੇਵ ਨੇ ਆਪਣੀ ਕਲਮ ਨਾਲ ਕਹੀ ਹੈ। ਇੱਥੋਂ ਚੱਲ ਕੇ ਸਤਿਗੁਰੂ ਜੀ ਜਦੋਂ ਰੋਪੜ ਦਾ ਨੇੜਾ ਕਰਨ ਲੱਗੇ, ਦਿਨ ਦਾ ਚੜ੍ਹਾਅ ਮਹਾਰਾਜ ਜੀ ਨੂੰ ਰੋਪੜ ਲਾਗੇ ਹੋਇਆ, ਤੇ ਦਰਿਆ ਦੇ ਕੰਢੇ ਤੇ ਸਾਧ ਸੰਗਤ ਜੀ ਪਠਾਣਾਂ ਦੀ ਬਸਤੀ ਸੀ। ਜਿਹੜੇ ਪਠਾਨ ਸਤਿਗੁਰੂ ਜੀ ਦੇ ਕੋਲ ਘੋੜੇ ਵੇਚਦੇ ਹੁੰਦੇ ਸੀ। ਸਤਿਗੁਰੂ ਜੀ ਨੇ ਜਦੋਂ ਪਠਾਣਾਂ ਦੀ ਬਸਤੀ ਦਾ ਰੁਖ ਕੀਤਾ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਇਹਨਾਂ ਪਠਾਣਾਂ ਨੇ ਹਮਲਾ ਬੋਲ ਦਿੱਤਾ। ਘਮਾਸਾਨ ਦਾ ਯੁੱਧ ਹੋਇਆ। ਪਠਾਣਾਂ ਨੂੰ ਤੇਗ ਦੀ ਧਾਰ ਸਿੰਘ ਲੰਘਾਉਂਦੇ ਹੋਏ ਫਿਰ ਅੱਗੇ ਵਧੇ। ਸਤਿਗੁਰੂ ਜੀ ਨੇ ਤੁਰਦਿਆਂ ਹੋਇਆ ਬਚਨ ਕਿਹਾ, ਪਠਾਣਿਓ, ਜਿਨ੍ਹਾਂ ਮਹਿਲ ਮਾੜੀਆਂ ਦਾ ਮਾਣ ਕਰਦੇ ਹੋ ਨਹੀਂ ਰਹਿਣਗੀਆਂ। ਕੁਝ ਹੀ ਸਮੇਂ ਵਿੱਚ ਦਰਿਆ ਨੇ ਇਹੋ ਜਿਹੀ ਢਾਲ ਆਈ ਸੀ, ਸਭ ਕੁਝ ਦਰਿਆ ਦੀ ਭੇਟ ਚੜ੍ਹ ਗਿਆ ਸੀ। ਜਦੋਂ ਰੋਪੜ ਦਾ ਨੇੜਾ ਕੀਤਾ, ਵੇਖੋ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਤੇ ਪੰਚਾਂ ਨੇ ਬਾਹਰ ਨਿਕਲ ਕੇ ਹਜੂਰ ਨੂੰ ਆਖਿਆ ਸੀ, ਮਹਾਰਾਜ ਨਗਰ ਵਿੱਚ ਥਾਂ ਨਹੀਂ ਸਾਡੇ ਕੋਲ। ਸਤਿਗੁਰੂ ਜੀ ਨੂੰ ਬਲ ਦਾ ਪੱਠਾ ਦਿਖਾਇਆ ਤੇ ਹਜੂਰ ਨੇ ਫਿਰ ਬਲ ਦੇ ਪੱਠੇ ਤੇ ਆਪਣਾ ਨੀਲਾ ਘੋੜਾ ਚਾੜ ਦਿੱਤਾ ਸੀ। ਤਪਤ ਮਹਿ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ। ਵਾਗਾ ਮੋੜਦਿਆਂ ਹੋਇਆ ਹਜੂਰ ਨੇ ਕਿਹਾ, ਚੱਲ ਨੀਲਿਆ, ਤਪਦੇ ਹੋਏ ਜੀਆਂ ਦੇ ਹਿਰਦਿਆਂ ਨੂੰ ਕਿਵੇਂ ਠਾਰਾਂਗੇ ਜੇ ਇਹ ਪੱਠਾ ਨਾ ਠਾਰਿਆ ਤਾਂ। ਸਤਿਗੁਰੂ ਜੀ ਦੇ ਘੋੜੇ ਦੇ ਚਰਨਾਂ ਦੇ ਚਿੰਨ੍ਹ ਅੱਜ ਵੀ ਮੌਜੂਦ ਨੇ ਉਸ ਗੁਰਦੁਆਰਾ ਪੱਠਾ ਸਾਹਿਬ ਦੇ ਅੰਦਰ। ਹਜੂਰ ਨੇ ਇੱਥੋਂ ਬੂਰ ਮਾਜਰੇ ਦਾ ਰੁਖ ਕੀਤਾ। ਸਤ ਸੰਗਤ ਜੀ, ਜਿੱਥੇ ਦਿਨ ਦੇ ਚੜ੍ਹਾਅ, ਕਿਉਂਕਿ ਮੈਂ ਵਿਸਥਾਰ ਨਾਲ ਨਹੀਂ ਦੱਸ ਸਕਾਂਗਾ, ਕੋਟਲਾ ਨਿਹੰਗ ਖਾਂ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਠਹਿਰੇ ਸੀ, ਕੇਵਲ ਤੇ ਕੇਵਲ ਇਸ ਨੇ ਮਹਾਰਾਜ ਨਾਲ ਵਫਾਦਾਰੀ ਕੀਤੀ, ਪਿਆਰ ਨਿਭਾਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸੇਵਾ ਦਾ ਇਸ ਨੂੰ ਮਾਣ ਪ੍ਰਾਪਤ ਹੋਇਆ। ਹਜੂਰ ਜਦੋਂ ਬੂਰ ਮਾਜਰੇ ਆਏ, ਉੱਥੇ ਸਤਿਗੁਰੂ ਜੀ ਨੇ ਖੂਹ ਦਾ ਜਲ ਛਕਿਆ ਤੇ ਹਜੂਰ ਨੂੰ ਇੱਥੋਂ ਖਬਰ ਮਿਲੀ ਕਿ 10 ਲੱਖ ਫੌਜ ਜਿਹੜੀ ਆ ਉਹ ਦਿੱਲੀ ਤੋਂ ਚੜੀ ਆ ਰਹੀ ਹੈ। ਫਿਰ ਮੌਕੇ ਦੀ ਨਜ਼ਾਕਤ ਵੇਖਦਿਆਂ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਸਾਹਿਬ ਦਾ ਰੁਖ ਕੀਤਾ। ਇਸ ਚਮਕੌਰ ਸਾਹਿਬ ਨਗਰ ਦੇ ਅੰਦਰ ਹਜੂਰ ਆਉਂਦਿਆਂ ਜਾਂਦਿਆਂ ਪੜਾਅ ਕਰਦੇ ਹੁੰਦੇ ਸੀ। ਇੱਕ ਛੋਟੀ ਜੰਗ ਮਹਾਰਾਜ ਪਹਿਲਾਂ ਵੀ ਇੱਥੇ ਕਰ ਚੁੱਕੇ ਸੀਗੇ ਤੇ ਉਦੋਂ ਇਹ ਜੰਗ ਰੜੇ ਮੈਦਾਨ ਕੀਤੀ ਸੀ ਮਹਾਰਾਜ ਨੇ। ਸਤਿਗੁਰੂ ਜੀ ਨੇ ਜਦੋਂ ਨਗਰ ਦੇ ਬਾਰ-ਬਾਰ ਆ ਕੇ ਉਤਾਰਾ ਕੀਤਾ, ਹਜੂਰ ਦੇ ਨਾਮ ਤੇ ਬਣਿਆ ਹੋਇਆ ਸੁੰਦਰ ਬਾਗ, ਉਸ ਬਾਗ ਦੇ ਅੰਦਰ ਖੂਹ ਹੈ, ਅੱਜ ਵੀ ਮੌਜੂਦ ਹੈ। ਸਤਿਗੁਰੂ ਜੀ ਨੇ ਉਸ ਖੂਹ ਦੇ ਜਲ ਨਾਲ 5 ਇਸ਼ਨਾਨਾ ਕੀਤਾ ਤੇ ਮਹਾਰਾਜ ਉਸ ਖੂਹ ਦੀ ਮਣ ਉੱਤੇ ਬੈਠ ਗਏ।
ਹਟਵੇਂ ਸਿੰਘਾਂ ਨੇ ਘੋੜੇ ਰੋਕ ਲਏ। ਸੱਚੇ ਪਾਤਸ਼ਾਹ ਦੇ ਹੱਥ ਵਿੱਚ ਤੀਰ ਹੈ। ਉਸ ਸਮੇਂ ਦਾ ਸੀਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਖਿੱਚਿਆ ਕਿ ਦੂਰ ਖਲੋਤੇ ਸਿੰਘ ਮਹਾਰਾਜ ਦੇ ਚਿਹਰੇ ਵੱਲ ਵੇਖ ਰਹੇ ਹੈ। ਵੀਰ ਰਸ ਨਾਲ ਸਤਿਗੁਰੂ ਜੀ ਦੇ ਨੇਤਰ ਬਲ ਰਹੇ ਹੈ। ਕਿਸੇ ਦੀ ਹਿੰਮਤ ਨਹੀਂ ਪੈਂਦੀ ਮਹਾਰਾਜ ਨੂੰ ਜਾ ਕਰਕੇ ਪੁੱਛੀਏ ਕਿ ਮਹਾਰਾਜ ਅੱਗੇ ਕੀ ਕਰਨਾ, ਰਾਤ ਕਿੱਥੇ ਬਤੀਤ ਕਰਨੀ ਹੈ, ਕਿਉਂਕਿ ਸਿੰਘ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਦੁੱਖ ਮਹਿਸੂਸ ਕਰ ਰਹੇ ਹੈ ਕਿ ਅਸੀਂ ਸਤਿਗੁਰੂ ਜੀ ਦਾ ਬਚਨ ਨਹੀਂ ਮੰਨਿਆ। ਮਹਾਰਾਜ ਨੇ ਸਾਨੂੰ ਰੁਕਣ ਵਾਸਤੇ ਕਿਹਾ ਸੀ, ਸਭ ਕੁਝ ਸਾਹਮਣੇ ਹੈ, ਲੁੱਟ ਪੁੱਟ ਗਿਆ ਹੈ, ਕੇਵਲ ਘੋੜੇ ਨੇ ਕੋਲ ਤੇ ਗਾਤਰੇ ਦੇ ਸ਼ਸਤਰ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਜਦੋਂ ਨੇਤਰਾਂ ਕਰਕੇ ਇੱਧਰ ਉੱਧਰ ਵੇਖ ਰਹੇ ਹੈ, ਭੈ ਕਰਦੇ ਹੋਏ ਸਿੰਘਾਂ ਨੇ ਨੀਵੀਂ ਪਾਈ ਹੋਈ ਹੈ। ਹਜੂਰ ਆਪਣੇ ਹੱਥਾਂ ਵਿੱਚ ਇੱਕ ਖੱਪਰਾ ਤੀਰ ਘੁਮਾ ਰਹੇ ਹੈ। ਸਤਿਗੁਰੂ ਜੀ ਨੇ ਜਿਹੜੀ ਉੱਚੀ ਉੱਥੋਂ ਗੜੀ ਦਿਸਦੀ ਸੀ ਉਸ ਵੱਲ ਇਸ਼ਾਰਾ ਕਰਕੇ ਮਹਾਰਾਜ ਨੇ ਕਿਹਾ ਭਾਈ ਦਇਆ ਸਿੰਘ ਜੀ ਨੂੰ ਕਿ ਇਹਨਾਂ ਦੇ ਜਿਹੜੇ ਮਾਲਕ ਹੈ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ। ਭਾਵੇਂ ਕਿ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਰਜਾਮੰਦੀ ਨਾਲ ਮਹਾਰਾਜ ਨੂੰ ਹਵੇਲੀ ਦਿੱਤੀ। ਇਤਿਹਾਸ ਵਿੱਚ ਜ਼ਿਕਰ ਹੈ ਕਿ ਇੱਕ ਭਰਾ ਨੇ ਰਜਾਮੰਦੀ ਨਾਲ ਦੇ ਦਿੱਤੀ ਸੀ, ਦੂਸਰੇ ਨੇ ਇਨਕਾਰ ਕੀਤਾ, ਪਰ ਸਤਿਗੁਰੂ ਜੀ ਨੇ ਉਸ ਸਮੇਂ ਸਮਾਂ ਜਾਣ ਕਰਕੇ ਹਵੇਲੀ ਦੇ ਉੱਤੇ ਸਤਿਗੁਰੂ ਜੀ ਨੇ ਕਬਜ਼ਾ ਕੀਤਾ। ਆ ਕਰਕੇ ਕੇਸਰੀ ਨਿਸ਼ਾਨ ਸਤਿਗੁਰੂ ਜੀ ਨੇ ਚਲਾਉਣ ਵਾਸਤੇ ਆਗਿਆ ਕੀਤੀ। ਸਾਰੀ ਉਸ ਕੱਚੀ ਗੜੀ ਦੀ ਨਿਗਰਾਨੀ ਸਤਿਗੁਰੂ ਜੀ ਨੇ ਸਿੰਘਾਂ ਨੂੰ ਕਰਨ ਵਾਸਤੇ ਕਿਹਾ। ਆਲਾ ਦੁਆਲਾ ਸਿੰਘਾਂ ਨੇ ਪਰਖਿਆ। ਗੜੀ ਦੇ ਵਿਹੜੇ ਵਿੱਚ ਜਦੋਂ ਸਤਿਗੁਰੂ ਜੀ ਆਏ ਹੈ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੁਸ਼ੱਤੇ ਮਕਾਨ ਦੇ ਉੱਤੇ ਚੜ੍ਹੇ ਹੈ। ਜਦੋਂ ਦੇਸ਼ ਦੀ ਵੰਡ ਹੋਈ ਹੈ ਉਦੋਂ ਤੱਕ ਕੱਚੀ ਗੜੀ ਕਾਇਮ ਸੀ। ਬਾਅਦ ਵਿੱਚ ਉੱਥੇ ਗੁਰਦੁਆਰਾ ਸਾਹਿਬ ਬਣਿਆ। ਅੱਜ ਉਸ ਕੱਚੀ ਗੜੀ ਦੇ ਬਾਹਰ ਕੰਧ ਨਿੱਕੀਆਂ ਇੱਟਾਂ ਦੀ ਬਣਾ ਕਰਕੇ ਉਹਨੂੰ ਕਿਲੇ ਦੀ ਦਿੱਖ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਜੇ ਕਾਸ਼ ਸਾਡੇ ਕੋਲੋਂ ਕੱਚੀ ਗੜੀ ਹੁੰਦੀ ਤੇ ਅੱਜ ਸੰਸਾਰ ਵੇਖਦਾ ਕਿ ਬਾਜਾਂ ਵਾਲੇ ਸਤਿਗੁਰੂ ਜੀ ਨੇ 40 ਸਿੰਘਾਂ ਨਾਲ 10 ਲੱਖ ਦੇ ਦੰਦ ਕਿਵੇਂ ਖੱਟੇ ਕੀਤੇ। ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵਾਕ ਨੇ ਕਿ ਦਾਸ ਨੇ ਕੱਚੀ ਗੜੀ ਦਾ ਦਰਸ਼ਨ ਕੀਤਾ। ਉਸ ਵਕਤ ਤੱਕ ਕੱਚੀ ਗੜੀ ਮੌਜੂਦ ਸੀ। ਮਹਾਂਪੁਰਖਾਂ ਨੇ ਜਦੋਂ ਦਰਸ਼ਨ ਕੀਤਾ ਹੈ, ਸੱਚੇ ਪਾਤਸ਼ਾਹ ਜੀ ਦੁਸ਼ੱਤੇ ਮਕਾਨ ਦੇ ਉੱਤੇ ਜਦੋਂ ਆ ਕਰਕੇ ਹਜੂਰ ਚੜ੍ਹੇ ਹੈ, ਸਿੰਘਾਂ ਨੇ ਸਤਿਗੁਰੂ ਜੀ ਦੇ ਬੈਠਣ ਵਾਸਤੇ ਘੋੜਿਆਂ ਦੀਆਂ ਕਾਠੀਆਂ ਥੱਲੇ ਜਿਹੜੇ ਸਾਧ ਸੰਗਤ ਜੀ ਵਸਤਰ ਹੁੰਦੇ ਆ ਨਾ, ਉਹ ਸਤਿਗੁਰੂ ਜੀ ਨੂੰ ਇੱਕ ਵਸਤਰ ਵਿਛਾ ਦਿੱਤਾ ਹੈ। ਸਤਿਗੁਰੂ ਜੀ ਇੱਥੇ ਬੈਠੇ ਹੈ। ਵੀਰ ਆਸਣ ਮਹਾਰਾਜ ਜੀ ਨੇ ਲਾਇਆ ਤੇ ਸੂਰਜ ਢਲ ਰਿਹਾ ਹੈ। ਚੜ੍ਹਦਾ ਸੂਰਜ ਵੀ ਲਹੂ ਰੰਗਾ ਹੁੰਦਾ ਹੈ ਤੇ ਢਲਦਾ ਸੂਰਜ ਵੀ ਲਹੂ ਰੰਗਾ ਹੁੰਦਾ ਹੈ। ਸਤਿਗੁਰੂ ਜੀ ਦਾ ਨੂਰੋ ਨੂਰ ਚਿਹਰਾ ਭਖ ਰਿਹਾ ਹੈ। ਢਲਦੇ ਹੋਏ ਸੂਰਜ ਦੀਆਂ ਅੱਗ ਲਾਉਂਦੀਆਂ ਕਿਰਨਾਂ ਮਹਾਰਾਜ ਦੇ ਮੁਖਾਰ ਬਿੰਦ ਤੇ ਪੈ ਰਹੀਆਂ ਤੇ ਸਤਿਗੁਰੂ ਜੀ ਦੇ ਚਿਹਰੇ ਦੀ ਆਭਾ ਨੂੰ ਹੋਰ ਪ੍ਰਕਾਸ਼ਿਤ ਕਰ ਰਹੀਆਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਦੁਆਲੇ ਖੜੇ ਸਿੰਘ ਵੇਖ ਰਹੇ ਹੈ। ਵਜਦ ਵਿੱਚ ਆ ਕੇ ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਜਦੋਂ ਕੁਝ ਸ਼ਬਦ ਕਹੇ ਹੈ, ਉਹਨਾਂ ਸ਼ਬਦਾਂ ਨੂੰ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਹੈ। ਇਹ ਅੱਲਾ ਯਾਰ ਖਾਂ ਜੋਗੀ ਦੀ ਜਿਹੜੀ ਸਾਧ ਸੰਗਤ ਜੀ ਕਵਿਤਾ ਹੈ ਨਾ, ਇਹ ਇਉਂ ਜਾਣੋ ਲਿਖੀ ਹੈ ਜਿਵੇਂ ਅੱਲਾ ਯਾਰ ਖਾਂ ਜੋਗੀ ਨੂੰ ਚਮਕੌਰ ਸਾਹਿਬ ਦੀ ਰਾਤ ਅੱਖਾਂ ਨਾਲ ਦਿਸ ਰਹੀ ਹੈ। ਸਤਿਗੁਰੂ ਜੀ ਉਹਨੂੰ ਅੱਖਾਂ ਨਾਲ ਦਿਖਾਈ ਦੇ ਰਹੇ ਹੈ। ਇਸ ਤਰ੍ਹਾਂ ਦੇ ਸ਼ਬਦ ਬਿਨਾਂ ਦਰਸ਼ਨ ਕੀਤੇ ਤੋਂ ਨਹੀਂ ਲਿਖੇ ਜਾ ਸਕਦੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਹਮ ਕਹਤੇ ਤੇ ਜਹਾਂ ਜਾਣਾ। ਸਿੰਘਾਂ ਨੂੰ ਕਹਿੰਦੇ ਆ, ਜਦੋਂ ਖਾਲਸਾ ਜੀ ਅਸੀਂ ਤੁਹਾਨੂੰ ਦੱਸਦੇ ਹੁੰਦੇ ਸੀ ਕਿ ਜਿਸ ਜਗ੍ਹਾ ਤੇ ਅਸੀਂ ਜਾਣਾ ਹੈ, ਹਮ ਕਹਤੇ ਤੇ ਜਿਸ ਜਗ੍ਹਾ पे हमने जाना ठिकाना जे वही है। ਮਹਾਰਾਜ ਕਹਿੰਦੇ ਉਹ ਟਿਕਾਣਾ ਆ ਗਿਆ, ਉਹ ਥਾਂ ਆ ਗਈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਹਾਂ ਜਾ ਕਰਕੇ ਬੱਚੋं को है कटाना, जगह जे वही है। ਜ਼ਮੀਂ ਕਹਿ ਰਹੀ ਹੈ, ਆਸਮਾਂ ਕਹਿ ਰਹਾ ਹੈ, ਠਿਕਾਣਾ ਜੇ ਵਹੀ ਹੈ। ਸਤਿਗੁਰੂ ਜੀ ਕਹਿੰਦੇ, ਖਾਲਸਾ ਜੀ ਜਿੱਥੇ ਅਸੀਂ ਤੁਹਾਡੇ ਨਾਲ ਕਿਤੇ ਜ਼ਿਕਰ ਕਰਦੇ ਹੁੰਦੇ ਸੀ ਨਾ,
कि असीं उस जगह ते जाना है। वो जगह आ गई है। कदों श्री आनंदपुर साहब के अंदर जंग हुंदे सतगुरु जी अपने साहिबजादे नूं जदों बाबा अजीत सिंह साहब नूं युद्ध विच तोरदे नाल पंजां सिंघां दी जिम्मेवारी लाउंदे भाई उदय सिंह साहब नूं महाराज ये विशेष करके कहंदे कि साडे साहिबजादे दा सुभाअ तेज तरार है। मैदाने जंग विच साहिबजादे नूं अगे नहीं वधन देना। महाराज नूं पुछया एक बारी सतगुरु जी आप दा साहिबजादा एडा महाबली योधा आप मैदाने जंग विच अगे क्यों नहीं वधन दिंदे। महाराज कहंदे जिस समय वास्ते मैं अपने पुत्र नूं संभाल के रखिया खालसा जी वो समा आवेगा। वो चमकौर साहब की धरती का थां है जिथे सच्चे पातशाह जी महाराज ने अपने साहबजादे नूं वारना है। ਸਿੰਘਾਂ ਨੂੰ ਇਹ बचन सतगुरु जी कहा करते सी। वो जिक्र अल्लाह यार खां जोगी ने किया है कि महाराज ने कहा खालसा जी वो धरती आ गई है। धुरों आवाज़ां आ रही ने, आसमान कह रहा है, धरती तो आवाज़ आ रही है कि वो जगह आ गई है जिथे असीं अपने लखते जिगरा नूं वार देना है। सच्चे पातशाह जी महाराज के प्यार विच भिजे हुए सिंह हजूर नूं बेनती करते हैं सतगुरु जी आप कृपा करके आराम कर लो। सतगुरु जी ने किन्ने दिनों का आराम नहीं किया। भुखण भाणे सिंह वै ਸਿੰਘਾਂ ਦਾ ਮਾਣ ਰੱਖਣ वास्ते सच्चे पातशाह जी महाराज दुछत्ते मकान तो उतरे है। गरीब नवाज सतगुरु जी जिथे एक कोठड़ी है हजूर दे आराम करने वास्ते वस्त्र विछाए हुए है। सच्चे पातशाह जी उत्थे आ करके बैठ गए है। रहराज साहब जी का पाठ सतगुरु जी ने किया है। उस समय का हाल भी अल्लाह यार खां जोगी ने लिखिया है। आराम करने लगे कई जमी पर जी पोश बिछाकर पहरा देने लगे कोई शस्त्र को उठाकर। सच्चे पातशाह जी महाराज ने जिमें जिमें जिम्मेवारियां दित्तियां हुई सी कुछ पहरे ते खड़ गए है कुछ आराम करन लग पे है। जिहो जिहा कोई वस्त्र प्राप्त होया है। गोबिंद भी शाबाश हुए खेमे में जाकर। सतगुरु जी उस कोठड़ी के अंदर बैठे हुए है ਸਿੰਘਾਂ ਦਾ माण रखने वास्ते। ते अल्लाह यार खां जोगी कहता है जब देखा तो बैठे हैं गर्दन को झुका कर। वाहिगुरु 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 है मुंह से निकलता है तू ही तू मुंह से निकलता। सच्चे पातशाह वाहिगुरु की याद विच शीश झुका के बैठे हुए मुख तो वाहिगुरु वाहिगुरु का जाप कर रहे है तू ही तू हे मेरे वाहिगुरु तू ही तू। कदे सतगुरु जी बैठे हुए जदों अपनी निर्विकल्प समाधि विच जांदे है जो दसम बाणी दे अंदर तू ही तू ही तू ही तू ही तू ही तू ही दी रटन लाउंदे है। पुछदे लखारियो की लिखिया है। महाराज आपने 16,000 वार तू ही कहा। सतगुरु जी कहंदे 16 वार लिख दिओ बाकी कट दे। श्री दसम बाणी दे अंदर हजूर दे शब्द आउंदे है। सच्चे पातशाह जी महाराज जदों इस प्रकार बड़े शुक्र करते हुए सतगुरु जी बैठे हुए है सिंह पहरे ते खड़े ने। फिर अल्लाह यार खां जोगी ने लिखिया है कि सच्चे पातशाह जी महाराज कुछ समा बैठे ਸਿੰਘਾਂ ਦਾ माण रखने वास्ते। हजूर फिर बाहर आए कहा खालसा जी अज तुसी आराम करो मैं पहरा देवांगा। भाई दया सिंह जी कहन लगे महाराज ये किवें हो सकता है। आप महाराज आराम कर लो असी पहरा देवांगे। सतगुरु जी कहते साडा हुक्म है तुसी आराम करो असी पहरा देवांगे। सच्चे पातशाह जी महाराज के हुक्म अगे फिर वेर नहीं सी। ना चाहुंदियां होइयां भी सिंह आराम करन लग पे। सच्चे पातशाह जी महाराज जदों उस विहड़े के अंदर टहल रहे है वो अल्लाह यार खां जोगी ने लिखिया है। 1.5 घड़ी बीती जब जिक्रे खुदा में खैमे से निकल आए सरकार हवा में। कदमों से टहलते थे दिल था दुआ में। सतगुरु पातशाह जी कदमां नाल टहल रहे है विहड़े दे अंदर इधर उधर जा रहे है पर वाहिगुरु की याद विच जुड़े हुए। मुख तो सतगुरु जी कहंदे ने आ खुदावन हूँ खुश तेरी रजा में। सच्चे पातशाह जी कहंदे वाहिगुरु मैं तेरी रजा विच खुश हुआ।
ਇਹੋ ਜਿਹੇ ਔਖੇ ਸਮੇਂ ਵਿੱਚ ਸਾਧ ਸੰਗਤ ਜੀ ਐਡੀ ਚੜ੍ਹਦੀ ਕਲਾ ਹੋਣੀ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹੋ ਜਿਹੇ ਵਾਕ ਸਿੰਘਾਂ ਨੂੰ ਕਹਿਣੇ। ਫਿਰ ਇਹ ਬਚਨ सतगुरु जी ने कहे कि गोया कहते से करतार से रूबरू होकर कल जाऊंगा मैं चमकौर से सुरखरू होकर। महाराज जानते हैं कि कल नूं दिन चढ़े का जिहड़ा युद्ध होवेगा इस नीले आसमान ने की वेखना है, इस धरती के उत्ते किहो जिहा इतिहास सिरजिया जाना है। सच्चे पातशाह जी महाराज जदों ਸਿੰਘਾਂ ਨੂੰ ਵੇਖਦੇ ਹੋਏ हजूर अपने साहबजादियां ਨੂੰ ਵੇਖ रहे हैं। वो जो चार साहबजादे फिल्म बनी है ना, ਉਹਦੇ ਵਿੱਚ ਅੱਲਾ ਯਾਰ ਖਾਂ ਜੋਗੀ ਦੇ ਹੀ बहुत सारे साध संगत जी ਜਿਹੜੇ कविता ਦੇ बोल है वो कहे गए है। सतगुरु पातशाह जी महाराज ਸਿੰਘਾਂ ਦੇ ਸਰਾਣਿਆਂ ਨੂੰ ठीक करते है, ਕਿਸੇ ਦੇ ਉੱਤੇ ਵਸਤਰ ਦਿੰਦੇ ਹੈ, ਕਦੇ ਮਹਾਰਾਜ ਮੁੱਖ ਚੁੰਮਦੇ ਹੈ। ਜੇ ਸਤਿਗੁਰੂ ਜੀ ਚਰਨਾਂ ਵੱਲ ਆਏ ਹੈ ਤੇ ਚਰਨਾਂ ਨੂੰ ਪਰਸਣ ਲੱਗ ਪਏ ਹੈ। ਇਹ ਵੇਖਦਿਆਂ ਸਿੰਘ ਜਾਗ ਪਏ ਹੈ। सच्चे पातशाह जी महाराज जदों अमृत वेले तक हजूर ने जाग के पहरा दिता है, अमृत वेला जान करके सारे सिंह उठ पे, थावां थावां ते ताकीद की गई, आपो अपनी थावां ते बैठे बाणी पढ़न लग पे है। ते साध संगत जी जदों दिन का चढ़ा होना सी, सतगुरु जी उत्थे ही दुछत्ते मकान के उत्ते महाराज पीर आसन ला करके बैठ गए। दिन की चढ़ती किरण नाल जदों आप चमकौर साहब जो गुरुद्वारा गढ़ी साहब है ना, ਉਹਦੇ ਤੇ चढ़ोगे नगर वाले पासे ਨੂੰ मुख है, जदों ਉਹਦੇ पिछले पासे वेखो अज भी खेत ही खेत है। ते कवि भाई संतोख सिंह जी ने लिखिया है कि चमकौर साहिब इउं प्रतीत हुंदा सी जिवें एक छोटा टापू होवे समुंदर दा ते आले दुआले इन्नी ज़्यादा 10 लाख की फौज कि होर कुछ भी दिखाई नहीं दिंदा, इन्ना मुलखैया है। तो फिर साध संगत जी जिहड़ी औरंगजेब की फौज है ना, एक भी युद्ध नहीं हारिया औरंगजेब। बड़े बड़े तगड़े सैनापति है जिन्होंने युद्ध करन दी बड़ी महारत हासिल है, किहड़े किहड़े तरीकिਆਂ नाल युद्ध नीति बदली जा सकती है। ते आला नस्ल के उन्हां कोल हथियार ने, घोड़े ने। इधर सतगुरु जी दे कोल केवल 40 सिंह है ते केवल गातरे दे शस्त्र ते कुछ बंदूकां। सतगुरु जी दे जिहड़े तीर सी वो साध संगत जी घोड़ियां ते लदे हुए पार होए। गरीब नवाज सच्चे पातशाह जी महाराज उस दुछत्ते मकान ते बैठे हुए है। चढ़दी किरण दे नाल ख्वाजा मरदूद ने एक बारी ऐलान किया कि हल्ला मार करके सारी फौज हथों हथी गढ़ी दे अंदर चढ़ जाए ते गुरु गोबिंद सिंह साहब जी महाराज नूं जिउंदा जां मुर्दा पकड़ लिया जाए। सैनापति का हुक्म सी। नगारियां ते चोभा वजियां। उस समय के हालात नूं कविराज ने लिखिया कि जंगी इहो जे साज वज उठे, ढोल ते नफीरियां ने एक वारी गड़गड़ाहट मचा दी। घोड़े जिहड़े सी वो इन्नी तेजी नाल अगे वधन लगे कि धूड़ जिहड़ी सी आकाश नूं चढ़ पई। या अली दे नारे वजे, अल्लाहू अकबर दे नारे वजन लगे। जदों एडी कलमलाहट हुई ना 10 लाख दे अंदर, धन गुरु गोबिंद सिंह सच्चे पातशाह जी महाराज ने उस समय आग्या की कि रणजीत नगारे ते चोब लाई जावे। जदों रणजीत नगारे ते चोब लगी है, चमकौर साहब की फिजा गूंज उठी। सत सरी अकाल दे जकारियां ने आउं जिवें धरत हिला दित्ती होवे। मुगल फौज जिस वक्त अगे वधी है, उस समय के हालात भाई दया सिंह साहब ने कहा, महाराज एडी वड्डी फौज का मुकाबला हुण किवें होवेगा। सतगुरु जी ने रोह विच आके अपना खपरा तीर चक्या जो महाराज ने कोल बखेरे हुए सी। सतगुरु जी ने 9 टंकां दे धनुष ते तीर चाड़ करके जदों कन तक खिंच के छड्डिया, गुंजाट पाउंदा होया तीर 10,000 नूं पाड़ के पार होया। कविराज ने लिखिया कि हजूर ने 3 तीर छड्डे ते एडी भारी गिणती विच नुकसान होया। गढ़ी विचों होर ਸਿੰਘਾਂ ਵੱਲੋਂ तीर ते गोलियां मींह वांग वरे।
ਜਿਵੇਂ ਲਾਟ ਤੇ ਆ ਕੇ ਭਮਟੇ ਡਿੱਗਦੇ ਐ, ਇਵੇਂ ਗੜੀ ਦੇ ਦੁਆਲੇ ਲੋਥਾਂ ਦੇ ਢੇਰ ਲੱਗ ਗਏ। ਖਵਾਜਾ ਮਰਦੂਦ ਨੇ ਫੌਜ ਨੂੰ ਪਿੱਛੇ ਹਟਾਇਆ, ਮਜਬੂਰ ਹੋ ਗਏ ਫੈਸਲਾ ਕੁਨ ਲੜਾਈ ਕਰਨ ਵਾਸਤੇ, ਕਿਉਂਕਿ ਜਿਵੇਂ ਆਕਾਸ਼ੀ ਬਿਜਲੀ ਨੂੰ ਨਹੀਂ ਨਾ ਪਕੜਿਆ ਜਾ ਸਕਦਾ, ਇਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਪਕੜਿਆ ਨਹੀਂ ਜਾ ਸਕਦਾ। ਜਦੋਂ ਇਹਨਾਂ ਨੇ ਫਿਰ ਪਿੱਛੇ ਹੋ ਕਰਕੇ ਮੋਰਚਾਬੰਦੀ ਕੀਤੀ ਤੇ ਸਾਧ ਸੰਗਤ ਜੀ ਜਿਹੋ ਜਿਹਾ ਫਿਲਮ ਦੇ ਅੰਦਰ ਯੁੱਧ ਵਿਖਾਇਆ ਗਿਆ ਨਾ, ਉਹ ਤਾਂ ਬਿਲਕੁਲ ਕਾਰਟੂਨ ਜਿਵੇਂ ਬਣਾਏ ਆ, ਤੁਸੀਂ ਸਾਰੇ ਜਾਣਦੇ ਹੋ, ਸਮਝਦੇ ਹੋ। ਉਸ ਦੇ ਨਾਲ ਕਿੰਨਾ ਕੁ ਉਹ ਫਿਲਮਾਂਕਣ ਕਰਕੇ ਦਿਖਾ ਸਕਦੇ ਆ। ਇਤਿਹਾਸ ਦੇ ਝਰੋਖੇ ਵਿੱਚ ਅੱਜ ਵੀ ਚਮਕੌਰ ਸਾਹਿਬ ਦਾ ਯੁੱਧ ਸਾਧ ਸੰਗਤ ਜੀ ਆਪਣਾ ਨਵੇਕਲਾ ਥਾਂ ਰੱਖਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹੋ ਜਿਹਾ ਇੱਥੇ ਇਤਿਹਾਸ ਸਿਰਜਿਆ ਜਿਹੜਾ ਸੰਸਾਰ ਦੇ ਅੰਦਰ ਕਿਸੇ ਕੌਮ ਕੋਲ ਨਹੀਂ ਹੈ। ਸਤਿਗੁਰੂ ਜੀ ਨੇ ਉਸ ਸਮੇਂ ਫਿਰ ਸਿੰਘਾਂ ਨੂੰ ਲਾਮਬੰਦ ਕਰਦਿਆਂ ਹੋਏ ਆਖਿਆ, ਖਾਲਸਾ ਜੀ ਹੁਣ ਸ਼ਹਾਦਤ ਦਾ ਸਮਾਂ ਆ ਗਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਫਿਰ 5-5 ਦੇ ਜਥੇ ਬੰਨੇ ਸੀ। ਮੈਂ ਜ਼ਿਕਰ ਕਰਦਾ ਹੁੰਦਾ, ਸਾਨੂੰ ਤਾਂ ਭਾਵੇਂ ਇਸ ਗੱਲ ਦਾ ਇਲਮ ਨਹੀਂ ਹੈ, ਕਿਉਂਕਿ ਸਾਡੀ ਰੋਜ਼ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਹੋ ਗਈ, ਨਾ ਤਾਂ ਅਸੀਂ ਕਦੇ ਸ਼ਸਤਰਾਂ ਦਾ ਅਭਿਆਸ ਕਰਦੇ ਹਾਂ ਤੇ ਨਾ ਹੀ ਸ਼ਸਤਰਾਂ ਦੀ ਜਿਹੜੀ ਯੁੱਧਮਈ ਬਾਣੀ ਮਹਾਰਾਜ ਸਾਨੂੰ ਬਖਸ਼ੀ ਉਹ ਵੀ ਨਹੀਂ ਪੜ੍ਹਦੇ। ਤੇ ਮੁਆਫ ਕਰਨਾ, ਕੱਲਾ ਗਿਆਨ ਜਿਹੜਾ ਨਾ ਉਹ ਯੁੱਧ ਵਿੱਚ ਨਹੀਂ ਫਿਰ ਕੰਮ ਆਉਂਦਾ। ਯੁੱਧ ਦੇ ਅੰਦਰ ਜਦੋਂ ਕੋਈ ਲੜਾਈ ਝਗੜਾ ਹੋ ਜਾਂਦਾ ਨਾ, ਫਿਰ ਉੱਥੇ ਗਿਆਨ ਨਹੀਂ ਕੰਮ ਆਉਂਦਾ, ਉੱਥੇ ਸ਼ਸਤਰ ਕੰਮ ਆਉਂਦੇ। ਜੋ ਆਪ ਬਾਣੀ ਸਰਵਣ ਕਰ ਰਹੇ ਸੀ ਨਾ, ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸਨ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸ਼੍ਰੀ ਮੁਖ ਵਾਕ ਨੇ, ਜਿੱਥੇ ਸਤਿਗੁਰੂ ਜੀ ਨੇ ਕਿਹਾ, ਆਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ, ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ, ਤੀਰ ਤੁਹੀ ਸਹਿਥੀ ਤੁਹੀ ਤਬਰ ਤਰਵਾਰ, ਨਾਮ ਤਿਹਾਰੋ ਜੋ ਜਪੈ ਭੈ ਸਿੰਧ ਪਵ ਪਾਰ। ਸੰਸਾਰ ਕਹਿੰਦਾ ਹੈ ਕਿ ਸ਼ਸਤਰ ਅੱਗ ਉਗਲਦੇ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿੱਖਿਆ ਕਹਿੰਦੀ ਹੈ ਕਿ ਸ਼ਸਤਰ ਸ਼ਾਂਤੀ ਸਥਾਪਿਤ ਕਰਦੇ। ਅੱਜ ਵੀ ਸੰਸਾਰ ਇਹੀ ਕਹਿੰਦਾ ਹੈ ਕਿ ਸ਼ਸਤਰ ਅੱਗ ਉਗਲਦੇ ਹੈ, ਸ਼ਸਤਰਾਂ ਨਾਲ ਜਿਹੜਾ ਹੈ ਉਹ ਸਰਵਨਾਸ਼ ਹੁੰਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਆ ਕਿ ਭਾਈ ਸ਼ਸਤਰਾਂ ਦੇ ਨਾਲ ਸਦਾ ਸ਼ਾਂਤੀ ਵਰਤਦੀ ਹੈ, ਠੰਡ ਵਰਤਦੀ ਹੈ, ਸ਼ਸਤਰ ਸਦਾ ਰੱਖਿਆ ਕਰਦੇ ਹੈ, ਸਦਾ ਹੀ ਜੀਵ ਦੀ ਪ੍ਰਤਪਾਲਣਾ ਕਰਦੇ। ਸਤਿਗੁਰੂ ਜੀ ਦੀ ਬਾਣੀ ਦੇ ਅੰਦਰ ਇਹੀ ਬਾਰ-ਬਾਰ ਆਪਾਂ ਨੂੰ ਸੁਣਨ ਨੂੰ ਪ੍ਰਾਪਤ ਹੋਵੇਗਾ। ਪਰ ਕੀ ਹੈ ਕਿ ਸਿੱਖ ਹੋ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਿੱਖਿਆ ਨੂੰ ਅਸੀਂ ਪੜ੍ਹਨਾ ਛੱਡ ਦਿੱਤਾ ਹੈ। ਜੇ ਵੇਖੀਏ ਤੇ ਅਸੀਂ ਕਿੰਨਾ ਕੁ ਸ਼ਸਤਰ ਅਭਿਆਸ ਰੋਜ਼ ਕਰਦੇ ਹਾਂ। ਜੇ ਅਸੀਂ ਕਿਰਪਾਨਾਂ ਵੀ ਪਕੜਦੇ ਆ ਨਾ, ਮਾਫ ਕਰਨਾ, ਤੁਸੀਂ ਤਾਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਬਤੀਤ ਕਰਦੇ ਆ। ਜਿਹੜੇ ਕੋਈ ਆਪਾਂ ਮੁੱਖ ਹੋ ਕਰਕੇ ਸਿੱਖਿਆ ਦੇਣੀ ਹੈ, ਅਸੀਂ ਵੀ ਸ਼ੋਅ ਨੂੰ ਕਿਰਪਾਨ ਪਕੜੀ ਹੁੰਦੀ ਹੈ, ਚਲਾਉਣੀ ਪੈ ਜੇ ਤਾਂ ਫਿਰ ਤਾਂ ਮਹਾਰਾਜ ਆਪ ਹੀ ਕਿਰਪਾ ਕਰਨ। ਕਿਰਪਾਨ ਨਹੀਂ ਚਲਾਉਣੀ ਆਉਂਦੀ ਜਿੰਨਾ ਚਿਰ ਸਿੱਖੀ ਨਾ ਹੋਵੇ, ਜਿੰਨਾ ਚਿਰ ਉਹਦਾ ਅਭਿਆਸ ਨਾ ਹੋਵੇ। ਜੇ ਸਿੱਖਿਆ ਵੀ ਹੈ ਤੇ ਅਭਿਆਸ ਹੀ ਨਹੀਂ ਕਮਾਇਆ, ਫਿਰ ਵੀ ਨਹੀਂ ਚਲਾਈ ਜਾ ਸਕਦੀ। ਤੇ ਜੇ ਇਕੱਲੇ ਨੂੰ ਹੀ ਕੋਈ ਸਾਧ ਸੰਗਤ ਜੀ, ਜਿਵੇਂ ਮਹਾਂਪੁਰਖ ਕਿਹਾ ਕਰਦੇ ਸੀ, ਕੋਈ ਆਇਆ ਕਹਿੰਦਾ ਜੀ ਮੈਨੂੰ ਟ੍ਰੇਨ ਦੇ ਵਿੱਚ ਮੇਰੀ ਪੱਗ ਲਾ ਦਿੱਤੀ, ਨਾਲੇ ਮੇਰਾ ਦਾੜਾ ਪੁੱਟਿਆ। ਤੇ ਮਹਾਂਪੁਰਖਾਂ ਨੂੰ ਜਦੋਂ ਆ ਕੇ ਦੱਸਿਆ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ, ਮਹਾਂਪੁਰਖ ਕਹਿੰਦੇ ਭਾਈ ਤੂੰ ਮਨੁੱਖਾਂ ਦੇ ਘਰੇ ਕਾਹਨੂੰ ਜੰਮਿਆ, ਭੇਡਾਂ ਬੱਕਰੀਆਂ ਦੇ ਘਰੇ ਜੰਮਣਾ ਚਾਹੀਦਾ ਸੀ ਤੈਨੂੰ। ਸਿੰਘ ਹੋ ਕਰਕੇ ਤੂੰ ਭੇਡਾਂ ਬੱਕਰੀਆਂ ਕੋਲੋਂ ਮਾਰ ਖਾ ਕੇ ਆ ਗਿਆ। ਇਹ ਮਹਾਂਪੁਰਖਾਂ ਦੇ ਕਹੇ ਬਚਨ ਸੀਗੇ। ਗੁਰੂ ਸਾਹਿਬ ਦਾ ਸਿੰਘ ਹੋਵੇ ਤੇ ਉਹਨੂੰ ਸਾਧ ਸੰਗਤ ਜੀ ਸ਼ਸਤਰ ਨਾ ਚਲਾਉਣੇ ਆਉਂਦੇ ਹੋਣ। ਸਤਿਗੁਰੂ ਜੀ ਦੀ ਬਾਣੀ ਸਾਡੇ ਅੰਦਰੋਂ ਕਾਇਰਤਾ ਨੂੰ ਨਾਸ਼ ਕਰਦੀ ਹੈ, ਬੁਜਦਲਪੁਣੇ ਨੂੰ ਨਾਸ਼ ਕਰਦੀ ਹੈ। ਪਰ ਅਫਸੋਸ ਕਿ ਅਸੀਂ ਬਾਣੀ ਨਹੀਂ ਉਹ ਪੜ੍ਹਦੇ ਮਹਾਰਾਜ ਜੀ ਦੀ। ਮਸਾਂ ਆਪਦਾ 5 ਬਾਣੀਆਂ ਦਾ ਨਿਤਨੇਮ ਪੂਰਾ ਹੁੰਦਾ ਹੈ। ਜਿਨ੍ਹਾਂ ਪੁਰਖਿਆਂ ਦਾ ਅਸੀਂ ਇਤਿਹਾਸ ਸੁਣਦੇ ਆ ਨਾ, ਉਹਨਾਂ ਦੇ ਜੇ ਕਮਰ ਕਾਸੇ ਦੇ ਗੁਟਕੇ ਸਾਹਿਬ ਵੇਖੀਏ, ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ, ਉਹਨਾਂ ਦੇ ਗੁਟਕੇ ਸਾਹਿਬ ਦੇ ਸਾਧ ਸੰਗਤ ਜੀ ਅੰਦਰ 10 ਗ੍ਰੰਥੀ ਦਾ ਨਿਤਨੇਮ ਹੈ। ਚੰਡੀ ਦੀ ਵਾਰ ਹੈ, ਬਚਿੱਤਰ ਨਾਟਕ ਦੀ ਬਾਣੀ ਹੈ, ਜਿਸ ਬਾਣੀ ਨੂੰ ਪੜ੍ਹ ਕਰਕੇ ਉਹ ਯੁੱਧ ਦੇ ਅੰਦਰ ਉਤਰਿਆ ਕਰਦੇ ਸੀਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਕੁਝ ਸਾਨੂੰ ਦਿੱਤਾ, ਅਫਸੋਸ ਇਹ ਹੈ ਕਿ ਅਸੀਂ ਆਪ ਆਪਣੇ ਘਰਾਂ ਵਿੱਚ ਉਸ ਨੂੰ ਪ੍ਰਚਲਿਤ ਨਹੀਂ ਕੀਤਾ।
ਤੇ ਜੇ ਅਸੀਂ ਇਤਿਹਾਸ ਸੁਣ ਕਰਕੇ ਹਰੇਕ ਸਾਲ ਦਿਨ ਆਉਂਦੇ ਆ ਫਿਰ ਵੀ ਕੋਈ ਯਤਨ ਨਾ ਕੀਤਾ, ਕਿਉਂਕਿ ਸਰੀਰਕ ਐਕਸਰਸਾਈਜ਼ ਜਿਹੜੀ ਆ ਨਾ ਉਹ ਬਹੁਤ ਜ਼ਰੂਰੀ ਹੈ। ਜਿਹੜਾ ਸਰੀਰ ਕਰਕੇ ਨਰੋਆ ਹੁੰਦਾ ਉਹੋ ਹੀ ਵਾਹਿਗੁਰੂ ਦਾ ਭਜਨ ਕਰ ਸਕਦਾ, ਬਿਮਾਰ ਕੋਲੋਂ ਨਹੀਂ ਹੁੰਦਾ। ਤੇ ਸਰੀਰ ਨੂੰ ਨਰੋਏ ਰੱਖਣ ਵਾਸਤੇ ਮਹਾਰਾਜ ਨੇ ਸ਼ਸਤਰ ਵਿੱਦਿਆ ਦਾ ਅਭਿਆਸ ਦਿੱਤਾ। ਤੇ ਜੇ ਹਜੂਰ ਦਾ ਆਪਣਾ ਜੀਵਨ ਪੜ੍ਹੀਏ, ਗੁਰਦੁਆਰਾ ਦਮਾਲਗੜ੍ਹ ਸਾਹਿਬ ਸੱਚੇ ਪਾਤਸ਼ਾਹ ਆਪ ਕਈ ਘੰਟੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਤੇ ਸਿੰਘਾਂ ਨੂੰ ਕਰਾਉਂਦੇ। ਪਾਉਂਟਾ ਸਾਹਿਬ ਦਾ ਜ਼ਿਕਰ ਆਉਂਦਾ ਹੈ, ਜਦੋਂ ਰਾਮ ਰਾਏ ਨੂੰ ਦਰਸ਼ਨ ਮਹਾਰਾਜ ਦਿੱਤੇ ਆ ਉਦੋਂ ਕੇਵਲ 5 ਸਿੱਖਾਂ ਨੂੰ ਨਾਲ ਲੈ ਕੇ ਗਏ ਸੀ। ਮਾਮਾ ਕਿਰਪਾਲ ਚੰਦ ਜੀ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪੁਰੋਹਿਤ ਦਇਆ ਰਾਮ ਜੀ, ਦੀਵਾਨ ਨੰਦ ਚੰਦ ਜੀ, ਸੰਗੋ ਸ਼ਾਹ ਜੀ, ਇਹ ਕੁਝ 94 ਸਿੱਖ ਮਹਾਰਾਜ ਨਾਲ ਲੈ ਕੇ ਗਏ। ਜਦੋਂ ਜਮਨਾ ਦੇ ਕੰਢੇ ਸਤਿਗੁਰੂ ਜੀ ਤੁਰੇ ਜਾ ਰਹੇ ਸੀ, ਮਹਾਰਾਜ ਦੀ ਮੌਜ, ਸਤਿਗੁਰੂ ਜੀ ਕਹਿੰਦੇ ਮਾਮਾ ਜੀ ਸਾਨੂੰ ਘੋੜੇ ਦੀ ਕੁਆਇਦ ਕਰਕੇ ਕਿਰਪਾਨ ਦੇ ਵਾਰ ਕੱਢ ਕੇ ਦਿਖਾਓ। ਕੁਆਇਦ ਕਰਨਾ ਹੁੰਦਾ, ਘੋੜੇ ਨੂੰ ਘੁਮਾ ਕੇ ਚੱਕਰੀ ਦੇ ਵਿੱਚ ਵਾਰ ਕੱਢਣੇ ਹੁੰਦੇ ਆ। ਤੇ ਮਾਮਾ ਕਿਰਪਾਲ ਚੰਦ ਜੀ ਨੇ ਆਗਿਆ ਮੰਨ ਕੇ ਉਸੇ ਸਮੇਂ ਕੀਤਾ। ਸਤਿਗੁਰੂ ਜੀ ਉਹਨਾਂ ਦੀ ਗੋਦ ਵਿੱਚ ਖੇਡੇ ਸੀ ਮਹਾਰਾਜ। ਜਦੋਂ ਮਾਮਾ ਕਿਰਪਾਲ ਚੰਦ ਜੀ ਨੇ ਕੀਤਾ, ਹਜੂਰ ਨੇ ਬੜੀ ਸਿਫਤ ਕੀਤੀ। ਮਹਾਰਾਜ ਕਹਿੰਦੇ ਮਾਮਾ ਕਿਰਪਾਲ ਚੰਦ ਜੀ ਤੁਹਾਡੀ ਸ਼ਸਤਰ ਵਿੱਦਿਆ ਦਰੋਣਾਚਾਰੀਆਂ ਨੂੰ ਮਾਤ ਪਾਉਂਦੀ ਹੈ। ਫਿਰ ਦਇਆ ਰਾਮ ਪੁਰੋਹਿਤ ਨੇ ਮਹਾਰਾਜ ਜੀ ਨੂੰ ਵਾਰ ਕੱਢ ਕੇ ਵਿਖਾਏ, ਸੰਗੋ ਸ਼ਾਹ ਜੀ ਨੇ ਵਾਰ ਕੱਢ ਕੇ ਵਿਖਾਏ। ਤੇ ਜਦੋਂ ਸਾਰਿਆਂ ਨੇ ਵਾਰ ਕੱਢੇ ਤੇ ਫਿਰ ਮਾਮਾ ਕਿਰਪਾਲ ਚੰਦ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਵੀ ਸਾਨੂੰ ਕਿਰਪਾ ਕਰਕੇ ਵਿਖਾਓ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਨੂੰ ਸ਼ਸਤਰ ਚਲਾਉਣ ਲੱਗਿਆ ਚਾਅ ਚੜ੍ਹ ਜਾਂਦਾ ਸੀਗਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਘੋੜੇ ਦੀ ਇਹੋ ਜਿਹੀ ਕਵਾਇਦ ਕਰਕੇ ਸ਼ਸਤਰ ਦੇ ਵਾਰ ਕੱਢੇ। ਮਾਮਾ ਕਿਰਪਾਲ ਚੰਦ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਇਹ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਸ਼ਸਤਰਾਂ ਦੇ ਇੰਨੇ ਧਨੀ, ਉਹੋ ਜਿਹੇ ਮਹਾਰਾਜ ਨੇ ਸ਼ਸਤਰਾਂ ਦਾ ਗੁਣ ਆਪਣੇ ਖਾਲਸੇ ਨੂੰ ਬਖਸ਼ਿਸ਼ ਕੀਤਾ। ਜਦੋਂ ਫਿਰ ਸਾਧ ਸੰਗਤ ਜੀ ਇਹ ਮਹਾਰਾਜ ਜੀ ਨੇ ਫੈਸਲਾ ਕੁੰਨ ਯੁੱਧ ਕਰਨ ਵਾਸਤੇ 5 ਸਿੰਘਾਂ ਦੇ ਜਥੇ ਉਤਾਰੇ ਤੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਹੋਏ ਇਹ 5 ਜਥੇ ਜਿਹੜੇ ਸੀ ਰਣ ਤੱਤੇ ਵਿੱਚ ਉਤਰਨ ਲੱਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੇਰਾ ਸਮੇਂ ਵੱਲ ਧਿਆਨ ਗਿਆ, ਕਿਉਂਕਿ ਮਿੰਟ 15 ਰਹਿੰਦੇ ਆ। ਤੋਂ ਮੈਂ ਸਾਧ ਸੰਗਤ ਜੀ, ਕਿਉਂਕਿ ਜਦੋਂ ਮੈਂ ਚਮਕੌਰ ਸਾਹਿਬ ਦਾ ਖਾਸ ਕਰਕੇ ਇਤਿਹਾਸ ਕਹਾਂ ਮੈਨੂੰ ਭੁੱਲ ਜਾਂਦਾ ਹੈ ਕਿ ਸਮਾਂ ਕੀ ਹੋਇਆ, ਪਰ ਮੈਂ ਸਮੇਂ 'ਚ ਰਹਿ ਕਰਕੇ ਕਹਾਂਗਾ। ਜਿਸ ਵਕਤ, ਕਿਉਂਕਿ ਥੋੜਾ ਜਿਹਾ ਸੀਮਤ ਕਰ ਦਿੰਦਾ ਹਾਂ, 5 ਠੀਕ ਤੋਂ ਸਾਧ ਸੰਗਤ ਜੀ ਜਿਸ ਵਕਤ 5 ਦੇ 3 ਜਥੇ ਰਣ ਤੱਤੇ ਵਿੱਚ ਨਿਕਲ ਕਰਕੇ ਵੀਰ ਗਤੀ ਨੂੰ ਪ੍ਰਾਪਤ ਹੋਏ। ਸਿੰਘਾਂ ਨੂੰ ਜਾਣ ਤੋਂ ਪਹਿਲਾਂ ਇਹ ਪਤਾ ਹੈ ਕਿ ਅਸੀਂ ਜਿਉਂਦੇ ਵਾਪਸ ਨਹੀਂ ਹੁਣ ਆਉਣਾ। ਸ਼ਹਾਦਤ ਦੀ ਦੇਵੀ ਨੂੰ ਵਰਨ ਵਾਸਤੇ ਜਿਨ੍ਹਾਂ ਦੇ ਮਨ ਕਾਲੇ ਪੈ ਰਹੇ ਹੈ, ਵੇਖੋ ਇਹ ਕਿਹੋ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਿੱਖਿਆ, ਹਜੂਰ ਦੀ ਕਿਹੋ ਜੀ ਅਦੁੱਤੀ ਸੰਗਤ ਹੈ ਕਿ ਸਤਿਗੁਰੂ ਜੀ ਦੇ ਇੱਕ ਇਸ਼ਾਰੇ ਤੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਹੂਲ ਦਿੱਤੀਆਂ। ਜਦੋਂ 3 ਜਥੇ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋ ਗਏ ਤੇ ਸਤਿਗੁਰੂ ਦੇ ਜੇਠੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ, ਸਾਧ ਸੰਗਤ ਜੀ ਇਹਨਾਂ ਦੀ ਉਮਰ 19 ਸਾਲ ਦੇ ਕਰੀਬ ਇਤਿਹਾਸਕਾਰਾਂ ਨੇ ਕਹੀ ਹੈ। ਗੁਰਦੇਵ ਦੇ ਨਾਲੋਂ 1 ਉਂਗਲ ਕੱਦ ਉੱਚਾ ਹੈ। ਚਿਹਰੇ ਤੇ ਥੋੜਾ ਦਾੜਾ ਉਤਰਿਆ। ਜਿਹੜਾ ਚਿਹਰੇ ਤੇ ਪ੍ਰਤਾਪ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਾਂਗ ਭਾਖਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹੋ ਜਿਹੀ ਵਿੱਦਿਆ ਸਿਖਾਈ ਹੈ। ਸ਼ਾਸਤਰਾਂ ਦੇ ਧਨੀ ਹਨ ਬਾਬਾ ਅਜੀਤ ਸਿੰਘ ਸਾਹਿਬ ਜੀ। ਸਾਰਾ ਕਮਰ ਕੱਸਾ ਸਜਿਆ ਹੋਇਆ ਹੈ, ਢਾਲ ਮੋਢਿਆਂ ਤੇ ਪਈ ਹੋਈ ਹੈ। ਕਮਾਨ ਜਿਹੜਾ ਹੈ ਉਹ ਸਾਧ ਸੰਗਤ ਜੀ ਮੋਢੇ ਤੇ ਧਾਰਨ ਕੀਤਾ ਹੋਇਆ, ਭਰਿਆ ਹੋਇਆ ਤੀਰਾਂ ਦਾ ਪੱਥਾ ਚਾੜਿਆ ਹੋਇਆ ਹੈ। ਛੋਟੀ ਕਲਗੀ ਬਾਬਾ ਅਜੀਤ ਸਿੰਘ ਸਾਹਿਬ ਦੇ ਸ਼ੀਸ਼ ਤੇ ਸੋਭ ਰਹੀ ਹੈ। ਇਹੋ ਜਿਹੇ ਦਰਸ਼ਨ ਨੇ ਕਿ ਦੇਵੀ ਦੇਵਤੇ ਵੇਖ ਕੇ ਨਮਸਕਾਰ ਕਰਨਾ। ਸਤਿਗੁਰੂ ਜੀ ਦੇ ਸਨਮੁਖ ਆ ਕਰਕੇ ਬਾਬਾ ਅਜੀਤ ਸਿੰਘ ਸਾਹਿਬ ਨੇ ਬੇਨਤੀ ਕੀਤੀ, ਪਿਤਾ ਸਤਿਗੁਰੂ ਜੀ ਮੈਨੂੰ ਕਿਰਪਾ ਕਰਕੇ ਰਣ ਤੱਤੇ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ। ਗੁਰਦੇਵ ਨੇ ਵੀਰ ਆਸਣ ਛੱਡ ਕੇ ਆਪਣੇ ਕੰਠ ਨਾਲ ਲਾਇਆ ਤੇ ਸਤਿਗੁਰੂ ਜੀ ਨੇ ਆਖਿਆ, ਅਜੀਤ ਸਿੰਘ ਤੈਂ ਛਤਰੀ ਪੁਣੇ ਦੇ ਧਰਮ ਨੂੰ ਪਾਲਿਆ, ਸਾਡੇ ਕੋਲੋਂ ਆਪ ਆ ਕਰਕੇ ਆਗਿਆ ਮੰਗੀ ਹੈ। ਬਾਬਾ ਅਜੀਤ ਸਿੰਘ ਸਾਹਿਬ ਜੀ ਜਿਨ੍ਹਾਂ ਨੂੰ ਭਾਵੇਂ ਸਿੰਘ ਇਹ ਨਹੀਂ ਸੀ ਚਾਹੁੰਦੇ ਕਿ ਮਹਾਰਾਜ ਦੇ ਪੁੱਤਰ ਜੰਗ ਵਿੱਚ ਜਾਣ,
पर बाबा अजीत सिंह साहब का मन काला पै रहा सी मैदाने जंग विच जाण वास्ते। जदों सतगुरु जी दे कोलों आ करके आग्या मंगी है, सच्चे पातशाह जी महाराज ने उस समय जो बचन कहे है, इतिहास ने अंकित किए है। महाराज कहते बेटा अजीत सिंह, जदों 9 साल की आयु विच पिता जी ने शहादत दी सी, उदों मैनू संसार के लोग कहते सी गुरु गोबिंद सिंह साहब शहीद पिता का पुत्र है। अज बेटा तुसी मैदाने जंग के अंदर धर्म वास्ते वीर गति नूं प्राप्त करोगे। संसार कहेगा कि गुरु गोबिंद सिंह साहब शहीद पुत्रां दा पिता है। गरीब नवाज सच्चे पातशाह जी ने उस समय ये बचन कहे कि असीं अज वेखना है कि तू अपनी छाती विच बरछी दा वार किवें खाना। अज तैनूं तीर चलाउंदिआं होइआं असां अपणीआं अखां नाल वेखना है ते जिहड़ी शस्त्र विद्या पुत्र तैनूं सिखाई है, अज उस दा इम्तिहान है। किहो जे पलथे दे हथ तू कढ़दा असीं अपणीआं अखां नाल वेखांगे, क्योंकि इसे दिन वास्ते चुन के महाराज ने अपने साहबजादे नूं रखिया सीगा। इसे करके महाराज श्री आनंदपुर साहब दीआं जंगां विच हजूर अगे नहीं सी वधण दिंदे, ते जे बाबा अजीत सिंह साहब जी जांदे सी ते सिंह रोकदे सी कि गुरु पिता दा हुक्म है, आप पिछे मुड़ो। जदों हुक्म सुनाया जांदा सी ते ये हुक्म साध संगत जी इस तरह हुंदा है, फौज दे अंदर कोई हुक्म अदूली करे तो उसनूं फौज दे विच नहीं फिर रहन दिता जाता। गुरु गोबिंद सिंह सच्चे पातशाह महाराज एक तां सतगुरु हन, गुरु महाराज सच्चे पातशाह गुरियाई दे मालिक ने, ते सतगुरु जी का हुक्म तां भी नहीं मोड़िया जा सकता। ते गरीब नवाज सैना दे सैनापति भी हैं, जरनैल भी आप हैं, इस करके महाराज का हुक्म नहीं मोड़िया जा सकता। सच्चे पातशाह जी महाराज ने इस चमकौर साहब के युद्ध वास्ते अपने पुत्र नूं बचा करके रखिया सी। ते जदों सतगुरु जी ने तोरिया है, गरीब नवाज सच्चे पातशाह जी ने मत्था चुमिया, असीस दिती, कहा पुत्र अजीत सिंह इहो जी कुर्बानी करो कि तेरी शहादत नूं आउण वालियां नस्लां जदों पढ़नगियां ते गुलामी दीआं जंजीरां नूं तोड़ के आज़ाद हो जाणगियां। इहो जिहा पुरुषार्थ कर कि इस धरती दे उत्ते सदा सदा वास्ते धर्म की जित हो जाए। ये सच्चे पातशाह जी महाराज ने जदों आशीर्वाद दिता, ज्ञानी सोहण सिंह जी सीतल होए है, जिन्हां ने जिथे सिख राज किवें गया बड़ा सोहना गायन किया। चमकौर साहब के युद्ध नूं भी बड़ी साध संगत जी सोहने ढंग नाल उन्होंने अपनी ढाडी वारां द्वारा गायन किया। जदों बाबा अजीत सिंह साहब जी तुरे है, उन्होंने फिर शब्द कहे सी, महाराज मैं पालांगा लज नाम दी न जितिया जावां, धनकों छंडा अगण बाण अग झल्ली लावां, उठियां आण हजूर ते ओ भन्ना बावां। सच्चे पातशाह आपने मेरा पिता सतगुरु नाम अजीत सिंह रखिया, मैं जितिया नहीं जावांगा। जड़ियां बाहां आप ते आ करके उठियां उन्हां बाहां नूं मैं कट देंगा, इहो जे तीर छड्डांगा कि दुश्मन फौज के अंदर भगदड़ मचा देंगा। इहो जिहा रोह लैके बाबा अजीत सिंह साहब जी जदों तुरे है, 8 सिंह उन्हां दी ताबिया तुरे है। सत संगत जी जदों आप हजूर साहब जाने हो, उत्थे सतगुरु जी के तखत के उत्ते एक शस्त्र सुभाएमान है, उन्होंने गजगाहन भी कहा जाता है ते अष्टभुजी शस्त्र भी कहा जाता है। उहदे 8 फल ने, वो शस्त्र है जिस ध्वज के थले बाबा अजीत सिंह साहब जी रण तत्ते विच निकले सी। चमकौर साहब की गढ़ी तो जदों आप मैदाने जंग विच नितरे सीगे, उस निशान की छतर थले लड़े सी। ते वो निशान उत्थे किवें पहुंचिया, लम्मी गाथा है। जदों अरदास हुंदी है ना, उदों उस अष्टभुजी शस्त्र नूं खड़ा किया जाता है ते शस्त्रां दा राजा समझ करके उस शस्त्र नूं साध संगत जी अदब ते सत्कार नाल पूजिया जाता है। अरदास दे वक्त वो शस्त्र नूं तुसीं दर्शन कर सकोगे। जदों भी अरदास होवेगी वो शस्त्र खड़ा किया जाएगा। सिंह साहब जी अंदर वो शस्त्र नूं तख्त अस्थान दे उत्ते खड़ा कर दिंदे है। अष्टभुजी वो शस्त्र है। बाबा अजीत सिंह साहब जी जदों रण तत्ते विच उतरे है, दोहरियां चोबा इधर नगारे ते वजियां। गुरुदेव ने एक बारी फिर तीरां दा मींह वराया है। सच्चे पातशाह महाराज के तीरां की ताब न झलते हुए फिर मुगल पठाणा में भगदड़ मची। एकदम जदों बाबा अजीत सिंह साहब रण तत्ते विच उतरे है,
ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਜਿਵੇਂ ਵੱਡਾ ਮਗਰਮੱਛ ਸਾਰੇ ਸਮੁੰਦਰ ਨੂੰ ਹਿਲਾ ਕੇ ਰੱਖ ਦਿੰਦਾ ਨਾ, ਇਵੇਂ ਬਾਬਾ ਅਜੀਤ ਸਿੰਘ ਸਾਹਿਬ ਨੇ 10 ਲੱਖ ਵਿੱਚ ਭਗਦੜ ਮਚਾ ਦਿੱਤੀ। ਬਹੁਤ ਜ਼ਿਆਦਾ ਰੌਲਾ ਉੱਠਿਆ, ਤੀਰ ਮੀਂਹ ਵਾਂਗ ਵਰੇ, ਕਾੜ ਕਾੜ ਕਰਦੀਆਂ ਗੋਲੀਆਂ ਚੱਲੀਆਂ। ਜਦੋਂ ਇੰਨਾ ਜ਼ਿਆਦਾ ਰੌਲਾ ਉੱਠਿਆ, ਸਰਹੰਦੀ ਸੂਬੇ ਵਜੀਦ ਖਾਨ ਨੂੰ ਲੱਗਾ ਕਿ ਸਤਿਗੁਰੂ ਜੀ ਆਪ ਰਣ ਤੱਤੇ ਵਿੱਚ ਉਤਰ ਪਏ ਆ। ਜਦੋਂ ਉਹਨਾਂ ਨੇ ਫਿਰ ਦੂਰਬੀਨਾਂ ਲਾ ਕਰਕੇ ਵੇਖਿਆ, ਇਹ ਸਰਹੰਦੀ ਸੂਬਾ ਪਛਾਣਦਾ ਸੀ, ਸੋਨੇ ਦੀ ਕਾਠੀ ਸੀ ਬਾਬਾ ਅਜੀਤ ਸਿੰਘ ਸਾਹਿਬ ਜਿਸ ਘੋੜੇ ਤੇ ਸਵਾਰ ਸਨ। ਕਾਠੀ ਨੂੰ ਵੇਖਿਆ, ਬਾਬਾ ਅਜੀਤ ਸਿੰਘ ਸਾਹਿਬ ਨੂੰ ਪਹਿਚਾਨਿਆ। ਉਸ ਸਮੇਂ ਇਸਨੇ ਸੈਨਾਪਤੀਆਂ ਨੂੰ ਲਲਕਾਰਾ ਮਾਰਿਆ ਕਿ ਗੁਰੂਦੇਵ ਆਪ ਨਹੀਂ, ਮਹਾਰਾਜ ਦਾ ਵੱਡਾ ਪੁੱਤਰ ਹੈ, ਇਹ ਬੜਾ ਤਲਵਾਰ ਦਾ ਧਨੀ ਹੈ, ਵੇਖੋ ਮੈਦਾਨੇ ਜੰਗ ਵਿੱਚੋਂ ਹੁਣ ਜਿਉਂਦਾ ਵਾਪਸ ਨਾ ਜਾਵੇ। ਹੁਕਮ ਦਿੱਤਾ ਗਿਆ ਫੌਜ ਨੂੰ ਕਿ ਗੁਰੂ ਸਾਹਿਬ ਦੇ ਪੁੱਤਰ ਨੂੰ ਜਿਉਂਦਾ ਪਕੜਿਆ ਜਾਵੇ। ਕਿਉਂ? ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੋਡੇ ਟੇਕ ਦੇਣਗੇ ਸਾਡੇ ਅੱਗੇ। ਫਿਰ ਜਿਉਂਦਾ ਪਕੜ ਕਰਕੇ ਪੁੱਤਰ ਨੂੰ ਸਤਿਗੁਰੂ ਜੀ ਕੋਲੋਂ ਜੰਗ ਰੁਕਵਾਈ ਜਾਵੇਗੀ ਤੇ ਗੁਰੂਦੇਵ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮੰਤਵ ਦੇ ਨਾਲ ਬਾਬਾ ਅਜੀਤ ਸਿੰਘ ਸਾਹਿਬ ਨੂੰ ਜਿਉਂਦਾ ਪਕੜਨ ਕਰਕੇ ਇਹਨਾਂ ਨੇ ਬਾਬਾ ਅਜੀਤ ਸਿੰਘ ਸਾਹਿਬ ਦੇ ਗੋਲੀ ਤੇ ਤੀਰ ਨਹੀਂ ਮਾਰਿਆ, ਅੱਗੇ ਵੱਧ ਕਰਕੇ ਪਕੜਨ ਦਾ ਯਤਨ ਕੀਤਾ। ਪਰ ਸਾਧ ਸੰਗਤ ਜੀ, ਜਿੰਨਾ ਚਿਰ ਪੱਥੇ ਵਿੱਚ ਤੀਰ ਸੜਨਾ ਕੋਈ ਲਾਗੇ ਨਹੀਂ ਆਇਆ। ਜਿਸ ਸਮੇਂ ਤੀਰ ਮੁੱਕ ਗਏ, ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਘੋੜਾ ਸ਼ਹੀਦ ਹੋ ਗਿਆ। ਆਪ ਨੇ ਤੇ ਸਮੇਂ ਚਰਨਾਂ ਤੇ ਭਾਰ ਜਮਾ ਕਰਕੇ ਇਹੋ ਜਿਹੇ ਪਲੱਥੇ ਦੇ ਹੱਥ ਕੱਢੇ, ਜਿਵੇਂ ਬਾਲਕ ਖਿੱਦੋ ਖੁੰਡੀ ਖੇਡਦੇ ਆ ਨਾ, ਤੇ ਜਿਵੇਂ ਉਹਨਾਂ ਦੀ ਖੁੰਡੀ ਅੱਗੇ ਖਿੱਦੋ ਉੱਡਦੀ ਆ ਨਾ, ਇਵੇਂ ਬਾਬਾ ਅਜੀਤ ਸਿੰਘ ਸਾਹਿਬ ਦੀਆਂ ਸ੍ਰੀ ਸਾਹਿਬਾਂ ਦੇ ਅੱਗੇ ਮੁਗਲਾਂ ਦੇ ਸਿਰ ਉੱਡੇ। ਜਿੱਧਰ ਨੂੰ ਉਹ ਮੂੰਹ ਕਰਦੇ ਸੀਗੇ, ਇਉਂ ਲੱਗਦਾ ਸੀ ਜਿਵੇਂ ਕੋਈ ਯਮਰਾਜ ਮੌਤ ਦਾ ਸੁਨੇਹਾ ਸੁਣਾ ਰਿਹਾ ਹੋਵੇ। ਯਾ ਖੁਦਾਇਆ ਦੇ ਆਵਾਜ਼ਾਂ ਸੁਣਦੀਆਂ ਸੀ। ਮੁਗਲ ਪਠਾਨ ਗੋਡੇ ਟੇਕ ਕੇ ਆਪਣੀ ਜਾਨ ਦੀ ਭੀਖ ਮੰਗਦੇ ਸੀ। ਇਉਂ ਲੱਗ ਰਿਹਾ ਸੀ ਜਿਵੇਂ ਵੱਡਾ ਤੂਫਾਨ ਕਿਸੇ ਕਿਸਾਨ ਦੀ ਫਸਲ ਨੂੰ ਉਡਾ ਦਿੰਦਾ ਹੈ ਨਾ, ਇਵੇਂ ਬਾਬਾ ਅਜੀਤ ਸਿੰਘ ਸਾਹਿਬ ਨੇ ਯੁੱਧ ਕੀਤਾ। ਗੁਰੂਦੇਵ ਆਪਣੇ ਪੁੱਤਰ ਦਾ ਯੁੱਧ ਵੇਖ ਰਹੇ ਸੀ। ਮੁਗਲ ਵੱਡੇ ਵੱਡੇ ਸੈਨਾਪਤੀ, ਜਿਨ੍ਹਾਂ ਨੂੰ ਜੰਗ ਕਰਨ ਦੇ ਬੜੇ ਢੰਗ ਤੇ ਤਰੀਕੇ ਆਉਂਦੇ ਆ, ਮੂੰਹ ਵਿੱਚ ਉਂਗਲਾਂ ਪਾ ਕੇ ਕਹਿ ਰਹੇ ਸੀ, ਯਾ ਖੁਦਾਇਆ, ਇਹ ਮਨੁੱਖ ਨਹੀਂ ਕੋਈ ਫਰਿਸ਼ਤਾ ਹੈ। ਜਿਵੇਂ ਸਾਧ ਸੰਗਤ ਜੀ, ਬਲ ਦੀ ਲਾਟ ਨੂੰ ਪਕੜਿਆ ਨਹੀਂ ਜਾ ਸਕਦਾ, ਬਾਬਾ ਅਜੀਤ ਸਿੰਘ ਸਾਹਿਬ ਨੂੰ ਜਿਉਂਦਾ ਪਕੜਨ ਦੀ ਉਹਨਾਂ ਦੀ ਆਸ ਚੁੱਕ ਗਈ, ਕਿਉਂਕਿ ਇੰਨੀ ਜ਼ਿਆਦੀ ਫੌਜ ਨਿਬੇੜ ਦਿੱਤੀ। ਆਖਰਕਾਰ ਉਹਨਾਂ ਨੇ ਹੁਕਮ ਦਿੱਤਾ ਕਿ ਦੂਰੋਂ ਗੋਲੀਆਂ ਤੇ ਤੀਰ ਚਲਾਏ ਜਾਣ। ਜਿੰਨੇ ਚਿਰ ਨੂੰ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਆ ਕਰਕੇ ਗੋਲੀਆਂ ਤੇ ਤੀਰ ਵੱਜੇ ਹੈ, ਇਤਿਹਾਸ ਨੇ ਜ਼ਿਕਰ ਕੀਤਾ ਕਿ 500 ਫੱਟ ਬਾਬਾ ਅਜੀਤ ਸਿੰਘ ਸਾਹਿਬ ਦੇ ਸਰੀਰ ਵਿੱਚ ਆ ਕਰਕੇ ਲੱਗੇ ਸੀ। ਅਣਗਿਣਤੀ ਗੋਲੀਆਂ ਤੇ ਤੀਰ ਸਰੀਰ ਨੂੰ ਪਾੜ ਗਏ ਸੀਗੇ। ਕਈ ਸਾਧ ਸੰਗਤ ਜੀ ਆਪਣੀ ਮਰਜ਼ੀ ਨਾਲ ਵੀ ਕੁਝ ਲਿਖ ਦਿੰਦੇ ਆ, ਵੱਖਰੀ ਗੱਲ ਹੈ, ਪਰ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਜੋ ਇਤਿਹਾਸ ਵਿੱਚ ਅੰਕਿਤ ਹੈ ਜਾਂ ਜੋ ਅਸੀਂ ਆਪਣੇ ਪੁਰਖਿਆਂ ਕੋਲੋਂ ਸੁਣਿਆ, ਉਸ ਤੋਂ 1 ਇੰਚ ਵੱਧ ਨਹੀਂ ਤੇ 1 ਇੰਚ ਘੱਟ ਨਹੀਂ ਜਾਈਦਾ। ਕਿਸੇ ਨੇ WhatsApp ਦੇ ਉੱਤੇ ਮੈਸੇਜ ਭੇਜਿਆ ਸੀਗਾ, 2-4 ਸਾਲ ਦੀ ਗੱਲ ਹੈ, ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਨਾਮ ਤੇ ਉਹਨਾਂ ਦੇ ਪਿੰਡਾਂ ਦੇ ਨਾਮ ਲਿਖੇ ਸੀਗੇ। ਤੇ ਮੈਂ ਫਿਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਕੱਢ ਕੇ ਮੈਚ ਕਰਨਾ ਸ਼ੁਰੂ ਕੀਤਾ ਤੇ ਇੱਕ ਵੀ ਨਾਂ ਨਹੀਂ ਸੀ ਰਲਦਾ। ਫਿਰ ਮੈਂ ਪੁੱਛਿਆ, ਜਿਹਨੇ ਮੈਨੂੰ ਮੈਸੇਜ ਭੇਜਿਆ ਸੀ, ਉਹ ਕਹਿੰਦੇ ਮੈਨੂੰ ਗਾਂਹ ਤੋਂ ਗਾਂਹ ਆਇਆ। ਤੋ ਆਪਣੇ ਮਨ ਦੇ ਅਨੁਸਾਰ ਜੋ ਮਰਜ਼ੀ ਆਪਾਂ ਬਣਾ ਲਈਏ, ਉਹਦੇ ਨਾਲ ਕੀ ਹੈ ਕਿ ਆਉਣ ਵਾਲੀ ਨਸਲ ਕਹੇਗੀ ਇਹ ਕਿੱਥੋਂ ਖੋਜ ਕੇ ਲਿਖਿਆ। ਫਿਰ ਜਦੋਂ ਉਹਦਾ ਤੱਥ ਨਹੀਂ ਹੋਵੇਗਾ, ਉਹ ਕਹਿਣਗੇ ਝੂਠਾ ਹੈ। ਤੇ ਇਹੀ ਕੁਝ ਹੋ ਰਿਹਾ ਹੈ। ਸਮਾਂ ਨਹੀਂ ਉਹੋ ਜਿਹਾ ਕਿ ਮੈਂ ਆਪ ਜੀ ਨੂੰ ਕੋਈ ਉਸ ਤਰ੍ਹਾਂ ਦਾ ਬਚਨ ਸੁਣਾਵਾਂ ਕਿ ਕਿਸ ਤਰ੍ਹਾਂ ਤੁਹਾਨੂੰ ਕਿੰਨੇ ਮਿੱਠੇ ਹੋ ਕੇ ਲੁੱਟਿਆ ਜਾ ਰਿਹਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ, ਉਹਨਾਂ ਦਾ ਇਹੋ ਜਿਹਾ ਵਿਲੱਖਣ ਯੁੱਧ ਕਵੀਰਾਜ ਜੀ ਨੇ ਲਿਖਿਆ ਹੈ ਕਿ 500 ਫੱਟ ਗੋਲੀਆਂ ਤੇ ਤੀਰਾਂ ਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਸਰੀਰ ਤੇ ਆ ਕਰਕੇ ਲੱਗੇ ਸੀ। ਜਦੋਂ ਲੜਦਿਆਂ ਹੋਇਆ ਆਪ ਜੀ ਦੇ ਸ੍ਰੀ ਸਾਹਿਬਾਂ ਦੇ ਕਬਜ਼ੇ ਵੀ ਟੁੱਟ ਗਏ ਸੀ, ਹੱਥਾਂ ਵਿੱਚ ਕਬਜ਼ੇ ਰਹਿ ਗਏ ਸੀ, ਸ੍ਰੀ ਸਾਹਿਬਾਂ ਟੁੱਟ ਕੇ ਡਿੱਗ ਪਈਆਂ ਸਨ। ਉਸ ਸਮੇਂ ਸਾਧ ਸੰਗਤ ਜੀ, ਜਿਹੜਾ ਪਹਿਲਾਂ ਇੱਕ ਕਹਿੰਦੇ ਆ ਬਰਸ਼ੇ ਦਾ ਵਾਰ ਜਿਹੜਾ ਸੀ ਬਾਬਾ ਅਜੀਤ ਸਿੰਘ ਸਾਹਿਬ ਨੇ ਅਨਵਰ ਖਾਨ ਦੇ ਮਾਰਿਆ ਸੀਗਾ, ਤੇ ਉਹ ਬਰਛਾ ਜਦੋਂ
ਵਹਾਇਆ ਤੇ ਸੰਜੋਗ ਬਖਤਰ ਨੂੰ ਪਾੜਦਾ ਹੋਇਆ ਸਰੀਰ ਵਿੱਚ ਲੰਘ ਗਿਆ। ਤੇ ਜਦੋਂ ਵਾਪਸ ਖਿੱਚਿਆ ਫਲ ਵਿੱਚ ਹੀ ਰਹਿ ਗਿਆ, ਕਿਉਂਕਿ ਉਹਦੀ ਘੰਟੀ ਸੰਜੋਗ ਬਖਤਰ ਨਾਲ ਅੜ ਗਈ, ਡਾਂਗ ਹੱਥ ਵਿੱਚ ਰਹਿ ਗਈ। ਤੀਰ ਪਹਿਲਾਂ ਮੁੱਕੇ, ਫਿਰ ਬਰਛੇ ਦਾ ਫਲ ਅਨਵਰ ਖਾਂ ਦੀ ਛਾਤੀ ਵਿੱਚ ਰਹਿ ਗਿਆ। ਫਿਰ ਸ੍ਰੀ ਸਾਹਿਬਾਂ ਟੁੱਟੀਆਂ। ਜਿੰਨੇ ਸ਼ਸਤਰ ਸੀ ਬਾਬਾ ਅਜੀਤ ਸਿੰਘ ਸਾਹਿਬ ਨੇ ਸਾਰੇ ਵਰਤੇ ਉਸ ਯੁੱਧ ਦੇ ਅੰਦਰ। ਤੇ ਜਦੋਂ ਅੰਗ ਅੰਗ ਜ਼ਖਮੀ ਹੋ ਚੁੱਕਾ ਸੀ, ਇੱਕ ਕਟਾਰ ਗਾਤਰੇ ਪਈ ਸੀ ਉਹਨਾਂ ਦੇ, ਫਿਰ ਉਸ ਕਟਾਰ ਨੂੰ ਕੱਢ ਕੇ ਜਿਹੜਾ ਕੋਈ ਮੁਗਲ ਪਠਾਨ ਉਹਨਾਂ ਦੇ ਮਾਰ ਥੱਲੇ ਆਇਆ, ਉਸ ਕਟਾਰ ਨਾਲ ਪੇਟ ਪਾੜ ਸਿੱਟੇ। ਅਖੀਰ ਜਦੋਂ 7 ਗੋਲੀਆਂ ਆਪਦੇ ਸਿਰ ਵਿੱਚ ਆ ਕੇ ਲੱਗੀਆਂ, ਮਹਾਰਾਜ ਦੇ ਸਾਹਿਬਜ਼ਾਦੇ ਨੇ ਮੂੰਹ ਪਰਨੇ ਡਿੱਗ ਕੇ ਸ਼ਹਾਦਤ ਦੀ ਦੇਵੀ ਨੂੰ ਵਰਿਆ। ਜਦੋਂ ਸ਼ਹੀਦ ਹੋਏ ਬਾਬਾ ਅਜੀਤ ਸਿੰਘ ਸਾਹਿਬ, ਸੱਚੇ ਪਾਤਸ਼ਾਹ ਨੇ ਚਮਕੌਰ ਸਾਹਿਬ ਦੀ ਗੜੀ ਤੋਂ ਆਪਣੀ ਰਸਨਾ ਤੋਂ ਹਜੂਰ ਨੇ ਜਕਾਰਾ ਛੱਡਿਆ, ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਸ਼ੀਸ਼ ਝੁਕਾਇਆ। ਜਿੱਥੇ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ, ਮਹਾਰਾਜ ਕਹਿੰਦੇ ਨੇ, ਹੇ ਮੇਰੇ ਮੌਲਾ, ਇਹ ਬੇਟੇ ਤੇਰੇ ਥੇ, ਤੇਰੇ ਹੀ ਹੈ, ਤੇਰੇ ਹੀ ਰਹੇਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿੰਨਾ ਅਸੀਂ ਆਪਣੀ ਔਲਾਦ ਨਾਲ ਪਿਆਰ ਕਰਦੇ ਹਾਂ, ਤੇ ਜੇ ਸਿੱਖੀ ਤੋਂ ਉਲਟ ਵੀ ਕੋਈ ਕਰਮ ਕਰੇ ਫਿਰ ਵੀ ਮੋਹ ਦੇ ਮਾਰੇ ਹੋਏ ਆਪਣੇ ਪੁੱਤਰਾਂ ਨਾਲ ਪਿਆਰ ਕਰਦੇ ਹਾਂ। ਸਤਿਗੁਰੂ ਜੀ ਦੇ ਉਸ ਸਮੇਂ ਨੂੰ ਆਪਾਂ ਯਾਦ ਕਰੀਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਇੰਨੀ ਚੜ੍ਹਦੀ ਕਲਾ ਵਾਲੇ ਪੁੱਤਰ, ਤੇ ਹਜੂਰ ਨੇ ਕੌਮ ਵਾਸਤੇ, ਧਰਮ ਵਾਸਤੇ ਖਿੜੇ ਮੱਥੇ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ। ਤੇ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਸ਼ਹੀਦ ਹੋਏ, ਬਾਬਾ ਜੁਝਾਰ ਸਿੰਘ ਸਾਹਿਬ ਦੀ ਸ਼ਹਾਦਤ ਕਹਿ ਕੇ ਮੈਂ ਸਮਾਪਤ ਕਰਾਂਗਾ। ਕੱਲ ਨੂੰ ਰਹਿੰਦਾ ਸ਼ੇਸ਼ ਇਤਿਹਾਸ ਜਿਹੜਾ ਹੈ ਉਹ ਸੁਣਾ ਕੇ ਕੁਝ ਮਹਾਂਪੁਰਖਾਂ ਦੇ ਬਚਨ ਜਿਹੜੇ ਹੈ ਉਹ ਸੁਣਾਉਣ ਦਾ ਯਤਨ ਕਰਾਂਗਾ। ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਵੀਰ ਗਤੀ ਨੂੰ ਪ੍ਰਾਪਤ ਹੋ ਗਏ, ਸਤਿਗੁਰੂ ਜੀ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਸਾਹਿਬ, ਉਮਰ 15 ਸਾਲ, ਗੁਰਦੇਵ ਦੇ ਮੋਢਿਆਂ ਤੱਕ ਕੱਦ ਆਉਂਦਾ ਹੈ। ਸੱਚੇ ਪਾਤਸ਼ਾਹ ਜੀ ਦੇ ਆ ਕੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ। ਗੁਰੂਦੇਵ ਨੇ ਇਹ ਨਹੀਂ ਕਿਹਾ ਕਿ ਪੁੱਤਰ ਤੇਰੀ ਉਮਰ ਛੋਟੀ ਹੈ, 2 ਵਿਛੜ ਚੁੱਕੇ ਆ, ਵੱਡਾ ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਪੁੱਤਰ ਦਾ ਮੱਥਾ ਚੁੰਮਿਆ ਤੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਕਿਹਾ, ਪੁੱਤਰ ਜੁਝਾਰ ਸਿੰਘ, ਜਦੋਂ ਰਣ ਤੱਤੇ ਵਿੱਚ ਉਤਰੇਗਾ ਦੁਸ਼ਮਣ ਤੇਰੇ ਤੇ ਤੀਰਾਂ ਦੀ ਛਾਂ ਕਰ ਦੇਣਗੇ, ਤਲਵਾਰਾਂ ਚਮਕਾਉਣਗੇ। ਤੇ ਬਾਬਾ ਜੁਝਾਰ ਸਿੰਘ ਸਾਹਿਬ ਨੇ ਕਿਹਾ, ਪਿਤਾ ਜੀ ਆਪ ਕਿਰਪਾ ਕਰਕੇ ਆਸ਼ੀਰਵਾਦ ਦਿਓ, ਜੇ ਮੈਂ ਕਿਸੇ ਨੂੰ ਮਾਰਨ ਦਾ ਦਮ ਨਹੀਂ ਰੱਖਦਾ, ਸ਼ਾਨ ਨਾਲ ਮਰਨ ਦਾ ਦਮ ਤਾਂ ਰੱਖਦਾ ਨਾ। ਮਹਾਰਾਜ ਮੈਂ ਸ਼ਾਨ ਦੇ ਨਾਲ ਇਸ ਮੈਦਾਨੇ ਜੰਗ ਦੇ ਅੰਦਰ ਵੀਰ ਗਤੀ ਨੂੰ ਪ੍ਰਾਪਤ ਕਰਾਂਗਾ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਆਸ਼ੀਰਵਾਦ ਦਿੱਤਾ। ਬਾਬਾ ਜੁਝਾਰ ਸਿੰਘ ਸਾਹਿਬ ਜਦੋਂ ਚਮਕੌਰ ਦੀ ਗੜੀ ਵਿੱਚੋਂ ਤੁਰਨ ਲੱਗੇ ਆ, ਕਵੀ ਭਾਈ ਸੰਤੋਖ ਸਿੰਘ ਜੀ ਨੇ ਭਾਵੇਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਜ਼ਿਕਰ ਕੀਤਾ ਭਾਈ ਜੀਵਨ ਸਿੰਘ ਜੀ ਦਾ ਸਰਸਾ ਦੇ ਕੰਢੇ ਤੇ ਸ਼ਹੀਦ ਹੋਣਾ, ਪਰ ਸਤ ਸੰਗਤ ਜੀ ਇਤਿਹਾਸ ਦੇ ਤੱਥ ਜਦੋਂ ਪੜ੍ਹੀਦੇ ਆ, ਬਾਬਾ ਜੀਵਨ ਸਿੰਘ ਸਾਹਿਬ ਜੀ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਸ਼ਹੀਦ ਹੋਏ ਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੜੀ ਨੂੰ ਛੱਡਿਆ। ਬਾਅਦ ਵਿੱਚ ਜਿਹੜਾ ਯੁੱਧ ਹੋਇਆ, ਭਾਈ ਜੈਤਾ ਜਿਨ੍ਹਾਂ ਦਾ ਨਾਮ ਭਾਈ ਜੀਵਨ ਸਿੰਘ ਜੀ ਹੈ, ਇਹਨਾਂ ਦੀ ਕੁਆੜ ਦੇ ਖੋਲਣ ਦੇ ਉੱਤੇ ਡਿਊਟੀ ਲੱਗੀ ਹੋਈ ਹੈ। ਜਦੋਂ ਬਾਬਾ ਜੁਝਾਰ ਸਿੰਘ ਸਾਹਿਬ ਜੀ ਸਤਿਗੁਰੂ ਜੀ ਦੇ ਦੂਸਰੇ ਸਾਹਿਬਜ਼ਾਦੇ ਮੈਦਾਨੇ ਜੰਗ ਵਿੱਚ ਜਾਣ ਵਾਸਤੇ ਤਿਆਰ ਹੋਏ, ਘੋੜੇ ਤੇ ਸਵਾਰ ਹੋ ਚੁੱਕੇ ਆ, ਤੇ ਭਾਈ ਜੈਤੇ ਨੇ ਕਿਹਾ, ਮਹਾਰਾਜ ਏਡਾ ਲੋੜਾ ਨਾ ਮਾਰੋ, ਮਹਾਰਾਜ ਇੱਕ ਪੁੱਤਰ ਤਾਂ ਬਚਾ ਲਓ। ਅਸੀਂ ਸੰਸਾਰ ਭਰ ਦੀ ਸਿੱਖੀ ਨੂੰ ਕੀ ਜਵਾਬ ਦੇਵਾਂਗੇ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਗੁਰਦੇਵ ਦਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ, ਤੁਸੀਂ ਸਾਹਿਬਜ਼ਾਦੇ ਦੀ ਥਾਂ ਨਹੀਂ ਮੱਲੀ। ਮਹਾਰਾਜ ਸਾਡੀਆਂ ਜ਼ਿੰਦਗੀਆਂ ਜਿੰਨਾ ਚਿਰ ਬਚੀਆਂ ਹੋਈਆਂ ਉਹਨਾਂ ਚਿਰ ਬਾਬਾ ਜੁਝਾਰ ਸਿੰਘ ਸਾਹਿਬ ਮੈਦਾਨੇ ਜੰਗ ਵਿੱਚ ਨਹੀਂ ਜਾਣਗੇ। ਸਤਿਗੁਰੂ ਜੀ ਨੇ ਭਾਈ ਜੈਤੇ ਨੂੰ ਕੁਝ ਸ਼ਬਦ ਕਹੇ। ਮਹਾਰਾਜ ਕਹਿੰਦੇ, ਭਾਈ ਜੈਤਾ ਮੈਂ ਐਸਾ ਸੁਦਾਗਰ ਨਹੀਂ ਕਿ ਪਿਆਰ ਦੀ ਕੀਮਤ ਨਾ ਜਾਣਦਾ ਹੋਵਾਂ। ਮਹਾਰਾਜ ਕਹਿੰਦੇ, ਜੇ ਤੁਸੀਂ ਇਹ ਉਲਾਮਾ ਲੈਣ ਵਾਸਤੇ ਤਿਆਰ ਨਹੀਂ ਨਾ, ਤੇ ਫਿਰ ਗੁਰੂ ਗੋਬਿੰਦ ਸਿੰਘ ਵੀ ਇਹ ਉਲਾਮਾ ਲੈਣ ਵਾਸਤੇ ਤਿਆਰ ਨਹੀਂ ਕਿ ਸਿੱਖ ਮਰਵਾ ਦਿੱਤੇ ਤੇ ਆਪਣੇ ਪੁੱਤਰ ਬਚਾ ਲਏ। ਭਾਈ ਜੈਤਾ ਸਾਡਾ ਹੁਕਮ ਹੈ ਤੇ ਹੁਕਮ ਦੀ ਤਾਮੀਰ ਹੋਵੇ, ਦਰਵਾਜ਼ਾ ਖੋਲ ਦਿੱਤਾ ਜਾਵੇ। ਭਾਈ ਜੈਤੇ ਨੇ ਡੁੱਲਦਿਆਂ ਹੰਝੂਆਂ ਤੇ ਕੰਬਦਿਆਂ ਹੱਥਾਂ ਨਾਲ ਦਰਵਾਜ਼ਾ ਖੋਲ ਦਿੱਤਾ। ਬਾਬਾ ਜੁਝਾਰ ਸਿੰਘ ਸਾਹਿਬ ਜੀ ਉਸ ਰਣ ਤੱਤੇ ਵਿੱਚ ਜਕਾਰੇ ਛੱਡਦੇ ਹੋਏ ਜਿਵੇਂ ਅੱਗੇ ਵਧੇ,
ਇਹੋ ਜਿਹਾ ਗਹਿ ਗੱਜ ਯੁੱਧ ਕਵੀਰਾਜ ਜੀ ਨੇ ਭਾਈ ਜੁਝਾਰ ਸਿੰਘ ਸਾਹਿਬ ਦਾ ਲਿਖਿਆ। ਜਿੰਨੀ ਉਮਰ ਨਿੱਕੀ ਹੈ ਉਹਨੇ ਹੱਥ ਵਿੱਚ ਸ਼ਸਤਰ ਜਿਹੜੇ ਆ ਉਹ ਇੰਨੀ ਤੇਜ਼ੀ ਨਾਲ ਚੱਲਦੇ ਆ। ਵੱਡੇ ਵੱਡੇ ਜਰਨੈਲ ਜਿਹੜੇ ਉਹ ਵੇਖ ਵੇਖ ਕੇ ਹੈਰਾਨ ਹੈ ਕਿ ਕਿੰਨੀ ਛੋਟੀ ਉਮਰ ਵਿੱਚ ਏਡੀ ਜ਼ਿਆਦੀ ਸ਼ਸਤਰਾਂ ਦੀ ਮੁਹਾਰਤ ਹਾਸਲ ਹੈ। ਬਾਬਾ ਜੁਝਾਰ ਸਿੰਘ ਸਾਹਿਬ ਨੂੰ ਵੀ ਜਿੰਦਾ ਪਕੜਨ ਦਾ ਯਤਨ ਕੀਤਾ ਪਰ ਅਸਫਲ ਰਹੇ। ਗੁਰੂਦੇਵ ਦੇ ਸਾਹਿਬਜ਼ਾਦੇ ਨੂੰ ਜਿਉਂਦਾ ਨਹੀਂ ਪਕੜ ਸਕੇ। ਕਦੇ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਬਾਬਤ ਕਿ ਇਹ ਨਾਨਕ ਨਿਵਾਸ ਹੀ ਫੜਾ ਮਾਰਦੇ ਆ, ਜੇ ਬਾਹਰ ਨਿਕਲਣ ਤੇ ਮੈਂ ਦੱਸਾਂ ਕਿ ਮੁੱਖ ਮੰਤਰੀ ਕੀ ਹੁੰਦਾ ਹੈ। ਮਹਾਂਪੁਰਖ ਜੋ ਮੰਜੀ ਸਾਹਿਬ ਦੀਵਾਨ ਹਾਲ ਹੈ ਉੱਥੋਂ ਮਹਾਂਪੁਰਖਾਂ ਨੇ ਬਚਨ ਕਹੇ, ਕਹਿਣ ਲੱਗੇ ਮੁੱਖ ਮੰਤਰੀ ਜਕਰੀਏ ਨੂੰ ਮੇਰੀ ਗੱਲ ਕਰਦਾ ਹੈ, ਮੈਂ ਆਪਣਾ ਇੱਕ ਸਿੰਘ ਭੇਜ ਦੇਣਾ, ਜੇ ਉਹਨੂੰ ਜਿਉਂਦਾ ਫੜ ਕੇ ਲੈ ਜਾਵੇ ਤੇ ਜਿੱਥੇ ਕਹੇ ਮੈਂ ਆਪਣੀ ਗ੍ਰਿਫਤਾਰੀ ਦੇ ਦਿਆਂਗਾ। ਮੇਰੀ ਗੱਲ ਤਾਂ ਦੂਰ ਦੀ ਹੈ। ਮਹਾਂਪੁਰਖਾਂ ਨੇ ਕਿਹਾ ਮੈਨੂੰ ਪਕੜਨਾ ਬੜੀ ਦੂਰ ਦੀ ਬਾਤ ਹੈ, ਮੈਂ ਆਪਣਾ ਇੱਕ ਸਿੰਘ ਹੀ ਭੇਜਦਾ ਜਥੇ ਦਾ, ਜੇ ਉਹਨੂੰ ਜਿਉਂਦਾ ਤੂੰ ਫੜ ਕੇ ਲੈ ਜਾਵੇਂਗਾ ਨਾ, ਜਿਹੜੀ ਗੱਲ ਕਹੇਂਗਾ ਮੈਂ ਉਹੋ ਹੀ ਮੰਨ ਜਾਵਾਂਗਾ। ਚੁੱਪ ਹੋ ਗਿਆ ਸੀ। ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਸ਼ਕਤੀ ਤੇ ਕਰਾਮਾਤ ਕੌਮ ਨੇ ਵੇਖੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੀ ਰਸਨਾ ਤੇ ਚੱਲਦੀ ਸੀ। ਕੌਮ ਨੂੰ ਉਹਨਾਂ ਨੇ ਅਣਖ ਤੇ ਗੈਰਤ ਬਖਸ਼ੀ। ਸਿੰਘਾਂ ਨੂੰ ਸਿੰਘਾਊ ਪੁਣੇ ਨਾਲ ਜੀਣ ਦੀ ਉਹਨਾਂ ਨੇ ਜਾਚ ਦੱਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਸਾਹਿਬ ਜਦੋਂ ਵੇਖਿਆ ਦੁਸ਼ਮਣ ਨੇ ਕਿ ਇਹਨਾਂ ਨੂੰ ਜਿਉਂਦਿਆਂ ਨਹੀਂ ਪਕੜਿਆ ਜਾ ਸਕਦਾ, ਬਾਬਾ ਜੁਝਾਰ ਸਿੰਘ ਸਾਹਿਬ ਜੀ ਨੂੰ ਵੀ ਫਿਰ ਗੋਲੀਆਂ ਤੇ ਤੀਰ ਜਿਹੜੇ ਸੀ ਅਣਗਿਣਤ ਮਾਰ ਕਰਕੇ ਸ਼ਹੀਦ ਕੀਤਾ। ਮੂੰਹ ਪਰਨੇ ਧਰਤੀ ਤੇ ਡਿੱਗ ਕੇ ਬਾਬਾ ਜੁਝਾਰ ਸਿੰਘ ਸਾਹਿਬ ਨੇ ਵੀ ਸ਼ਹਾਦਤ ਪ੍ਰਾਪਤ ਕੀਤੀ। ਇਹਦੇ ਵਿੱਚ ਵੀ ਸਾਧ ਸੰਗਤ ਜੀ ਇਹ ਸਤਿਗੁਰੂ ਜੀ ਦੀ ਸਿੱਖਿਆ ਹੈ। ਸਾਹਮਣੇ ਆਉਂਦਾ ਸ਼ਸਤਰ ਜਦੋਂ ਗੋਲੀ ਵੱਜਿਆ ਨਾ, ਆਪਣੇ ਆਪ ਹੀ ਮਨੁੱਖ ਪਛਾਣ ਨੂੰ ਡਿੱਗਦਾ ਹੈ। ਸਤਿਗੁਰੂ ਜੀ ਨੇ ਕਿਹਾ ਸੀ ਪੁੱਤਰ ਜੁਝਾਰ ਸਿੰਘ, ਪਛਾਣ ਨੂੰ ਡਿੱਗ ਕਰਕੇ ਵੀਰਤਾ ਨੂੰ ਦਾਗ ਨਹੀਂ ਲਾਉਣਾ, ਮੂੰਹ ਭਰਨੇ ਰਣ ਤੱਤੇ ਅੰਦਰ ਡਿੱਗਣਾ, ਇਹ ਸੂਰਮਤਾਈ ਦੀ ਨਿਸ਼ਾਨੀ ਹੁੰਦੀ ਹੈ, ਅੱਗੇ ਨੂੰ ਵਧਣ ਦੀ ਨਿਸ਼ਾਨੀ ਹੁੰਦੀ ਹੈ। ਜਦੋਂ ਬਾਬਾ ਜੁਝਾਰ ਸਿੰਘ ਸਾਹਿਬ ਜੀ ਰਣ ਤੱਤੇ ਵਿੱਚ ਸ਼ਹੀਦ ਹੋਏ, ਸਤਿਗੁਰੂ ਜੀ ਨੇ ਫਿਰ ਆਪਣੀ ਰਸਨਾ ਤੋਂ ਜਕਾਰਾ ਛੱਡਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਹੋ ਜਿਹਾ ਅਦੁੱਤੀ ਯੁੱਧ ਸਾਧ ਸੰਗਤ ਜੀ ਤਦੋਂ ਤੱਕ ਦਿਨ ਢਲ ਚੁੱਕਾ ਸੀਗਾ। ਉਸ ਚਮਕੌਰ ਸਾਹਿਬ ਦੀ ਫਿਜ਼ਾ ਦੇ ਅੰਦਰ ਜਿਵੇਂ ਰਾਤ ਹੁੰਦੀ ਹੈ, ਉਸ ਰਾਤ ਫਿਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਰਹਿਰਾਸ ਸਾਹਿਬ ਦਾ ਪਾਠ ਕਰਕੇ ਕੀਰਤਨ ਸੋਹਲਾ ਪੜ੍ਹਦੇ ਆ ਜਦੋਂ, ਤੇ ਆਪਣੇ ਸ਼੍ਰੀ ਮੁਖ ਤੋਂ ਕੀ ਕਹਿੰਦੇ ਆ, ਸਿੰਘ ਕਿਵੇਂ ਮਹਾਰਾਜ ਜੀ ਦੇ ਹਜ਼ੂਰ ਹਾਜ਼ਰ ਹੋ ਕਰਕੇ ਕੁਝ ਬੇਨਤੀਆਂ ਕਰਦੇ ਆ, ਤੇ ਚਮਕੌਰ ਸਾਹਿਬ ਦੀ ਗੜੀ ਨੂੰ ਮਹਾਰਾਜ ਕਿਵੇਂ ਛੱਡਦੇ ਆ, ਸ਼ੇਸ਼ ਇਤਿਹਾਸ ਮੈਂ ਕੱਲ ਨੂੰ ਕਹਾਂਗਾ। ਭਾਵੇਂ ਕਿ ਸਿੰਘਾਂ ਦਾ ਇੱਛਾ ਸੀਗੀ ਕਿ ਕੱਲ ਨੂੰ ਜਿਹੜਾ ਹੈ ਸਰਹੰਦ ਦਾ ਸਾਕਾ ਸੁਣਾਇਆ ਜਾਵੇ, ਪਰ ਸਾਧ ਸੰਗਤ ਜੀ ਇਤਿਹਾਸ ਇਸ ਤਰ੍ਹਾਂ ਦਾ ਹੈ, ਮੈਂ ਬਹੁਤ ਕੁਝ ਛੱਡ ਕੇ ਸੁਣਾਇਆ, ਬਹੁਤ ਕੁਝ ਛੱਡ ਕੇ, ਕਿਉਂਕਿ ਸੀਮਤ ਸਮਾਂ ਹੁੰਦਾ ਹੈ। ਜਦੋਂ ਸਰਹੰਦ ਦਾ ਸਾਕਾ ਕਹਿਣਾ ਹੋਵੇ ਤੇ ਤਕਰੀਬਨ ਸਾਧ ਸੰਗਤ ਜੀ 2-3 ਦਿਨ ਦਾ ਸਮਾਂ ਚਾਹੀਦਾ ਹੈ। ਸਮਾਂ ਸੀਮਤ ਹੈ, ਪਰ ਇਹਦੇ ਵਿੱਚੋਂ ਤਾਤ ਪਰਜਾ ਆਪਾਂ ਲੈਣਾ ਕਿ ਅਸੀਂ ਸੂਰਬੀਰਾਂ ਦੀ ਕੌਮ ਹਾਂ। ਮਰਨ ਤੋਂ ਭੈ ਨਹੀਂ ਕੀਤਾ ਸਾਡੇ ਪੁਰਖਿਆਂ ਨੇ। ਇਹ ਸਰੀਰ ਤੋਂ ਪਰਾਂ ਜਿਹੜੀ ਜ਼ਿੰਦਗੀ ਹੈ ਉਹਦੀ ਬਾਬਤ ਸਤਿਗੁਰੂ ਜੀ ਨੇ ਸਾਨੂੰ ਦੱਸਿਆ। ਇਸ ਸਰੀਰ ਦੇ ਅੰਦਰ ਹਰ ਕੋਈ ਮੋਹ ਮਮਤਾ ਵਿੱਚ ਫਸਿਆ ਹੁੰਦਾ ਹੈ, ਰਸਾਂ ਕਸਾਂ ਵਿੱਚ ਫਸ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਸਾਨੂੰ ਰਸਾਂ ਕਸਾਂ ਤੋਂ ਉਠਾਉਂਦੀ ਹੈ। ਸਤਿਗੁਰੂ ਜੀ ਦੀ ਦਿੱਤੀ ਹੋਈ ਸ਼ਸਤਰ ਵਿੱਦਿਆ ਅਣਖ ਤੇ ਗੈਰਤ ਨਾਲ ਜਿਉਣ ਦੀ ਜਾਚ ਦੱਸਦੀ ਹੈ। ਸਤਿਗੁਰੂ ਜੀ ਦੀ ਜ਼ਿੰਦਗੀ ਦੇ ਅੰਦਰ ਇਹ ਦੋ ਚੀਜ਼ਾਂ ਨੇ ਸਾਧ ਸੰਗਤ ਜੀ। ਜਦੋਂ ਸਤਿਗੁਰੂ ਆਪਣੀ ਬਾਣੀ ਵਿੱਚ ਵੀ ਯਾਦ ਕਰਦੇ ਆ ਤੇ ਕਹਿੰਦੇ ਨੇ, ਹੇ ਰਾਵ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਬੈ ਬਿਨਤੀ ਸੁਣ ਲੀਜੈ। ਰੱਬ ਸੂਰਜ ਨੂੰ ਕਹਿੰਦੇ ਆ, ਸੱਸ ਚੰਦਰਮਾ ਨੂੰ ਕਹਿੰਦੇ ਆ, ਤੇ ਸੂਰਜ ਦੇ ਅੰਦਰ ਗਰਮੀ ਮੰਨੀ ਜਾਂਦੀ ਹੈ, ਚੰਦਰਮਾ ਦੇ ਅੰਦਰ ਠੰਡਕ ਮੰਨੀ ਜਾਂਦੀ ਹੈ। ਸੂਰਜ ਵੀਰਤਾ ਦਾ ਪ੍ਰਤੀਕ ਹੈ, ਚੰਦਰਮਾ ਸ਼ਾਂਤੀ ਦਾ ਪ੍ਰਤੀਕ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੀਵਨ ਦੇ ਅੰਦਰ ਦੋ ਚੀਜ਼ਾਂ ਨੇ। ਇੱਕ ਤਾਂ ਸਾਧ ਸੰਗਤ ਜੀ ਬਾਣੀ ਦੀ ਸ਼ਾਂਤੀ ਮਹਾਰਾਜ ਨੇ ਦਿੱਤੀ ਹੈ, ਇੱਕ ਫਿਰ ਸ਼ਸਤਰ ਵਿੱਦਿਆ ਦਾ ਜਿਹੜਾ ਇਹ ਸਤਿਗੁਰੂ ਜੀ ਨੇ ਸਾਨੂੰ ਸੋਮਾ ਬਖਸ਼ਿਸ਼ ਕੀਤਾ, ਵੀਰਤਾ ਬਖਸ਼ਿਸ਼ ਕੀਤੀ ਹੈ।
क्योंकि जे जालम साडी पग नूं हथ पावे तो फिर सूरज वर्गी गर्मी भी होनी चाहिए है। गरीब ते निर्धन नूं पालण वास्ते साडे कोल चंद्रमा की ठंडक भी होनी चाहिए है। ये सच्चे पातशाह जी ने संत ते सिपाही खालसा साजिया। जे असीं अपनी आप रखिया नहीं कर सकते तो किसी की रखिया की करांगे। अज साडा शास्त्र भावें जिहड़े सिੱਖੀ ਦੇ विरोधी है दुश्मन ने वो कहते हैं कि शास्त्र जिहड़े है देश की अखंडता नूं खतरा है। कदे इसे ही किरपान ने मुगल राज दीयां जड़ां पुट्टियां। मैं दिल्ली एयरपोर्ट ते चढ़न लग्या सीगा ते हथ विच मेरे वड्डी किरपान सी। वो सिक्योरिटी गार्ड हुंदे उन्हें उत्थे रोक लिया, कहंदा ये क्या है। मैं कहा तुमको मालूम नहीं ये क्या है, बाहर निकाल के दिखाऊं। कहते नहीं नहीं बाहर नहीं निकालने का, पर इधर लेके नहीं आ सकते। मैं कहा किथे ला विच लिखिया भी लैके नहीं आ सकते। हाँ आपां वो तो मने कीता ना जहाज विच नहीं लैके जा सकते, पर समान विच भी जाके जमा नहीं करा सकते। पर हुण ये ला बन गया जे कि तुसीं ओपनली किरपान नहीं लैके जा सकते। वो तुहानूं बैग विच बंद करके लिजाणी पवेगी। कदे असीं हत्थ विच फड़ के एवें ही जिथे बोर्डिंग पास लईदा फिर उत्थे जमा करा दईदी है, उत्थे तक भी लिजाण वास्ते हुण इन्हां नूं साडे हत्थ विच फड़ी हुई किरपान खतरा दिसदी है। कदे इसे ही किरपान ने साध संगत जी पालिया है, राज भाग लैके दिता है। तो इन्नियां बेनतियां प्रवान करनियां। कल दे दीवान दे विच रहिंदा शेष इतिहास मैं समाप्ति करांगा इस प्रकरण दी अते महापुरखां दे सत्कार विच कुछ बचन कहण दा वास्ते कोशिश करांगा, क्योंकि पूरियां दी जिहड़ी गल है ना वो अधूरे नहीं कर सकते। सतगुरु जी आप कृपा करन जिवें महाराज जी नूं पाया महापुरखां दी, क्योंकि शरीर करके उन्हां दी संगत करन दा जिंदगी विच समा मिलिया। जिवें कोई बचन सतगुरु जी चेते कराउणगे आप जी